Jesus. ਹਾਲੇਲੂਇਆ। Hallelujah. ਜਦੋਂ ਆਪਾਂ ਬੋਲ ਰਹੇ ਸੀ ਕੁਝ ਰਿਸੀਵ ਕੀਤਾ ਤੁਸੀਂ? When you were speaking, did you receive anything? When you were praying, did you receive anything? ਜੇ ਤੁਸੀਂ ਰਿਸੀਵ ਕੀਤਾ ਸਭ ਨੂੰ ਸਾਈਨ ਹਾਲੇਲੂਇਆ ਨਿਸ਼ਾਨ ਹਾਲੇਲੂਇਆ ਪ੍ਰਗਟ ਹੋਣਗੇ ਤੁਹਾਡੀਆਂ ਜ਼ਿੰਦਗੀਆਂ ਦੇ ਵਿੱਚ ਹਾਲੇਲੂਇਆ। If you have received it, then there are signs and wonders in your life. ਆਪਣੇ ਨਾਲ ਤੋਂ ਕਹੋ Our God is a God of miracles. ਆਪਣੇ ਨਾਲ ਤੋਂ ਕਹੋ ਸਾਡਾ ਪਰਮੇਸ਼ਵਰ ਚਮਤਕਾਰ ਕਰਨ ਵਾਲਾ ਪਰਮੇਸ਼ਵਰ ਹੈ ਹਾਲੇਲੂਇਆ। Tell your neighbor, God is a God of miracles. ਫਿਰ ਕਹੋ ਇੱਕ ਵਾਰੀ God is a God of miracles. Our God is a God of miracles. Hallelujah. So today text Jeremiah chapter 32 verse 27. Hallelujah. Jeremiah 32 chapter is time line. I am the Lord, the God of all mankind. Is anything too hard for me? ਹਾਲੇਲੂਇਆ। ਅੱਜ ਦਾ ਪਿਤਰ ਵਚਨ ਕੀ ਕਹਿ ਰਿਹਾ? ਵੇਖ ਮੈਂ ਸਾਰੇ ਬਸ਼ਰ ਦਾ ਯਹੋਵਾ ਪਰਮੇਸ਼ਵਰ ਹਾਂ। ਕੀ ਕੋਈ ਕੰਮ ਮੇਰੇ ਲਈ ਕਠਿਨ ਹੈ? ਕੀ ਪਰਮੇਸ਼ਵਰ ਲਈ ਕੋਈ ਕੰਮ ਮੁਸ਼ਕਿਲ ਹੈ? Is anything too hard for the Lord? ਸਾਡੇ ਲਈ ਮੁਸ਼ਕਿਲ ਹੋ ਸਕਦਾ ਲੇਕਿਨ ਸਾਡੇ ਪਰਮੇਸ਼ਵਰ ਲਈ ਕੋਈ ਵੀ ਕੰਮ ਮੁਸ਼ਕਿਲ ਨਹੀਂ ਹੈ। ਹਾਲੇਲੂਇਆ। It may be difficult for us, but for the Lord nothing is hard. ਉਹ ਲਾਲ ਸਮੁੰਦਰ ਦੇ ਵਿੱਚ ਰਸਤਾ ਕੱਢਣ ਵਾਲਾ ਪਰਮੇਸ਼ਵਰ ਹਾਲੇਲੂਇਆ। He's a God who makes a way in the who made a way in the Red Sea. ਉਹ ਤੁਹਾਨੂੰ ਲਾਲ ਸਮੁੰਦਰ ਦੇ ਵਿੱਚ ਕੱਢੇਗਾ, ਤੁਹਾਨੂੰ ਹਰ ਮੁਸ਼ਕਲ ਦੇ ਵਿੱਚ ਕੱਢੇਗਾ। ਜੋ ਲਾਈਵ ਪ੍ਰੋਗਰਾਮ ਦੇਖ ਰਹੇ ਆ ਉਹਨਾਂ ਨੂੰ ਕੱਢੇਗਾ, ਜੋ ਇਸ ਚਰਚ ਵਿੱਚ ਆ ਉਹਨਾਂ ਨੂੰ ਕੱਢੇਗਾ। ਇਨ ਦਾ ਮਾਈਟੀ ਨੇਮ ਆਫ ਜੀਸਸ ਕ੍ਰਾਈਸਟ। He will lead you through the Red Sea. Those who are here and those who are watching us live, the Lord is able to get you through the Red Sea. ਹਾਲੇਲੂਇਆ। ਆਪਾਂ ਦੇਖਿਆ ਕਿ ਪਰਮੇਸ਼ਵਰ ਪ੍ਰਭੂ ਯਿਸੂ ਨੇ 2 ਮੱਛੀਆਂ ਔਰ 5 ਰੋਟੀਆਂ ਦੇ ਕੇ 5000 ਲੋਕਾਂ ਨੂੰ ਰਜਾਇਆ। ਇਹ ਬਰਕਤ ਸੀ, ਇਹ ਕੀ ਸੀ? ਇਹ ਚਮਤਕਾਰ ਸੀ। ਹਾਲੇਲੂਇਆ। You see, the Lord Jesus had multiplied 2 fish and 5 loaves of bread and fed 5,000 people. This is a miracle that He did. ਆਪਾਂ ਦੇਖਦੇ ਹਾਂ ਕਿ ਪਰਮੇਸ਼ਵਰ ਲਾਲ ਸਮੁੰਦਰ ਦੇ ਵਿੱਚ ਰਸਤਾ ਕੱਢ ਕੇ ਲੋਕ ਬਚਾਏ। ਆਪਾਂ ਨੂੰ ਪਤਾ ਹੈ ਕਿ ਪਰਮੇਸ਼ਵਰ ਸਾਡਾ ਚਮਤਕਾਰ ਕਰਨ ਵਾਲਾ ਪਰਮੇਸ਼ਵਰ ਹੈ। ਹਾਲੇਲੂਇਆ। And we know that the Lord made a way in the Red Sea that people would be able to go across. And the Lord is a God who can do wonders and miracles in our lives. ਅੱਜ ਆਪਾਂ ਉਹ ਚਮਤਕਾਰ ਦੇਖਾਂਗੇ ਜੋ ਪਰਮੇਸ਼ਵਰ ਨੇ ਜੋ ਤੁਹਾਨੂੰ ਹਜੇ ਨਹੀਂ ਦੱਸੇ ਗਏ। ਹਾਲੇਲੂਇਆ। And we will also see those wonders and miracles that you probably don't know. ਹਾਲੇਲੂਇਆ। ਬਹੁਤ ਮਿਰਾਕਲ ਆ ਬਾਈਬਲ ਦੇ ਵਿੱਚ ਬਹੁਤ ਸਾਰੇ ਚਮਤਕਾਰ ਦੱਸੇ ਗਏ ਲੇਕਿਨ ਜਿਹੜੇ ਆਮ ਆਪਾਂ ਦੱਸਦੇ ਆ ਜੋ ਆਪਾਂ ਨੂੰ ਆਮ ਪਤਾ ਹੈ ਲੇਕਿਨ ਪ੍ਰਭੂ ਦੀ ਕਿਰਪਾ ਦੇ ਨਾਲ ਔਰ ਤੁਹਾਡੀ ਪ੍ਰਾਰਥਨਾ ਦੇ ਨਾਲ ਅੱਜ ਆਪਾਂ ਉਹ ਚਮਤਕਾਰ ਦੇਖਾਂਗੇ ਜੋ ਪਰਮੇਸ਼ਵਰ ਨੇ ਉਸ ਸਮੇਂ ਕੀਤੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਪਰਮੇਸ਼ਵਰ ਕਰੇਗਾ। ਹਾਲੇਲੂਇਆ। There are many miracles recorded in the Bible, but mostly we talk about those that are familiar or we know about some miracles. There are lots of miracles and we will look at them. ਸੇ ਹਾਲੇਲੂਇਆ। ਇਹ ਤੋਂ ਹੋਲੀ ਨਹੀਂ ਹੋ ਸਕਦਾ ਸੀ। ਇਹ ਤੋਂ ਹੋਲੀ ਤੇ ਥੋੜੀ ਆਵਾਜ਼ ਚਾਹੀਦੀ ਸੀ। ਹਾਲੇਲੂਇਆ। ਤੁਸੀਂ ਦੇਖ ਰਹੇ ਕਿ ਕਿੰਨਾ ਪਾਸਟ ਗਰਮ ਆ ਉਹਨੇ ਤੁਸੀਂ ਠੰਡੇ ਹੋ ਜਾਂ ਕੀ ਹੋ ਜਾਓ ਗਰਮ ਹੋ ਜਾਓ ਜਾਂ ਠੰਡੇ ਹੋ ਜਾਓ। ਕੀ ਕਰੋ? Don't be so cold. You should see my zeal and you should match it. Yes, you should be hot or cold. ਅੱਜ ਲੱਗਦਾ ਕਰੋ ਪ੍ਰਾਰਥਨਾ ਨਹੀਂ ਕਰਕੇ ਆਏ। Looks like you haven't prayed today. ਪ੍ਰਭੂ ਦੀ ਕਿਰਪਾ ਦੇ ਨਾਲ ਜਦੋਂ ਵੀ ਆਉਣਾ ਆ ਚਰਚ ਵਿੱਚ ਪ੍ਰਭੂ ਦੀ ਕਿਰਪਾ ਦੇ ਨਾਲ ਤੁਹਾਡੀ ਪ੍ਰਾਰਥਨਾ ਦੇ ਨਾਲ ਮੇਰਾ ਹੈ ਕਿ 1 ਘੰਟਾ ਪ੍ਰਾਰਥਨਾ ਕਰਕੇ ਫਿਰ ਮੈਂ ਚਰਚ ਵਿੱਚ ਆਉਣਾ। ਹਾਲੇਲੂਇਆ। And I always pray by your grace, by God's grace, by your prayers. I always pray before I come. I pray for an hour before we come to the church. ਹਾਲੇਲੂਇਆ। ਪ੍ਰਾਰਥਨਾ ਸਾਡਾ ਹਥਿਆਰ ਹੈ। Prayer is our weapon. ਬਾਈਬਲ ਸਾਡੀ ਹਥਿਆਰ ਹੈ। ਕੌਣ ਹਥਿਆਰ ਲੈ ਕੇ ਆਇਆ?
ਆਪਣੇ ਹਥਿਆਰ ਨੂੰ ਖੜੇ ਕਰੋ। The Bible is our weapon. ਹਾਲੇਲੂਇਆ, ਬਹੁਤ ਵਧੀਆ, Those who have brought your Bibles, you can lift it up. ਹਾਲੇਲੂਇਆ। ਉਹ ਜਿਹੜਾ ਕੋ ਸੈੱਲ ਫੋਨ ਆ, ਉਹ ਸੈੱਲ ਫੋਨ ਖੜੇ ਕਰੋ। And those who have cell phone also, if you have Bible there, you can put it up. ਹਾਲੇਲੂਇਆ। ਲੇਕਿਨ ਸੈੱਲ ਫੋਨ ਦੀ ਬੈਟਰੀ ਡਾਊਨ ਹੋ ਸਕਦੀ ਹੈ, ਲੇਕਿਨ ਆਹ ਜੋ ਪਵਿੱਤਰ ਬਾਈਬਲ ਦੀ ਬੈਟਰੀ ਕਦੇ ਡਾਊਨ ਨਹੀਂ ਹੋਣੀ। ਹਾਲੇਲੂਇਆ। Cell phone battery can go down, but the word of God, the Bible's battery never goes off. ਨੈਕਸਟ ਟਾਈਮ ਕੀ ਕਰੋ, ਨਹੀਂ ਇੱਥੇ ਕਿਸੇ ਕੋ ਬਾਈਬਲ ਮੰਗਾਓ, ਹਿੰਦੀ ਚ ਮੰਗਾਓ, ਹਾਲੇ ਕੋਈ ਛੋਟੀ ਬਾਈਬਲ ਮੰਗਾਓ, ਪਤਾ ਲੱਗੇ ਕਿ ਤੁਸੀਂ ਚਰਚ ਚੱਲੇ ਆ। ਹਾਲੇਲੂਇਆ। If you do not have a Bible, if you do not have the Bible, please let us know and then we will give you. ਜਿਹੜੀ ਕੋਈ ਬਾਈਬਲ ਹੈਗੀ, ਇੰਗਲਿਸ਼ ਦੀ ਬਾਈਬਲ ਆ, ਤੁਸੀਂ ਲੈ ਕੇ ਆਓ। ਹਾਲੇਲੂਇਆ। ਕਿਉਂਕਿ ਇਹ ਪ੍ਰਭੂ ਦੇ ਲਿਖਤ ਬਚਨ ਆ। ਹਾਲੇਲੂਇਆ। ਇਹ ਲਿਖੇ ਗਏ ਆ, ਇਸ ਕਰਕੇ ਬਹੁਤ ਜ਼ਰੂਰੀ ਹੈ। It is the Bible. It is written. It says so. It's very important for us to know what is written in the Bible. ਸੋ ਆਪਾਂ ਦੇਖਦੇ ਹਾਂ ਫਸਟ ਪੁਆਇੰਟ, God fought for Israel. ਪਰਮੇਸ਼ਵਰ ਨੇ ਇਜ਼ਰਾਈਲ ਦੇ ਲਈ ਲੜਾਈ ਲੜੀ। ਪਰਮੇਸ਼ਵਰ ਇਜ਼ਰਾਈਲ ਦੇ ਲਈ ਲੜਿਆ। ਉਹ ਪਰਮੇਸ਼ਵਰ ਇਜ਼ਰਾਈਲ ਦੇ ਲਈ ਲੜਿਆ। ਉਹ ਪਰਮੇਸ਼ਵਰ ਸਾਡੇ ਲਈ ਲੜੇਗਾ। The Lord who fought for Israel will also fight for us. Hallelujah. Say hallelujah. Hallelujah. God performed a miracle by stopping nature. Hallelujah. ਕੁਦਰਤ ਨੂੰ ਰੋਕ ਕੇ ਪਰਮੇਸ਼ਵਰ ਚਮਤਕਾਰ ਕੀਤਾ। ਆਪਾਂ ਬਚਪਨ ਤੋਂ ਲੈ ਕੇ ਦੇਖਦੇ ਆ, ਦਿਨ ਨੂੰ ਆਪ ਦੇਖ ਰਹੇ ਆ, ਆਪਾਂ ਰਾਤ ਨੂੰ ਦੇਖ ਰਹੇ ਆ, ਇਹ ਕੰਟੀਨਿਊ ਚੱਲ ਰਿਹਾ। ਲੇਕਿਨ ਆਪਾਂ ਪਵਿੱਤਰ ਬਾਈਬਲ ਵਿੱਚ ਦੇਖਾਂਗੇ ਪਰਮੇਸ਼ਵਰ ਨੇ ਉਸ ਦਿਨ ਨੂੰ ਰੋਕ ਦਿੱਤਾ। ਹਾਲੇਲੂਇਆ। We see that the Lord does miracles and wonders. We see that the Lord, we see the nature, even that is under God's control, that He stopped the sun. ਹਾਲੇਲੂਇਆ। ਆਪਾਂ ਦੇਖਦੇ ਹਾਂ ਯੋਸ਼ੂਆ ਚੈਪਟਰ 10 verses 6 to 14. Joshua chapter 10 verses 6 to 14. The Gibeonites then sent word to Joshua in the camp at Gilgal, "Do not abandon your servants. Come up to us quickly and save us. Help us, because all the Amorite kings from all the hill country have joined forces against us." So Joshua marched up from Gilgal with his entire army, including all the best fighting men. The Lord said to Joshua, "Do not be afraid of them. I have given them into your hand. Not one of them will be able to withstand you." After an all-night march from Gilgal, Joshua took them by surprise. The Lord threw them into confusion before Israel. So Joshua and the Israelites defeated them completely at Gibeon. Israel pursued them along the road going up to Beth-horon and cut them down all the way to Azekah and Makkedah. As they fled before Israel on the road down from Beth-horon to Azekah, the Lord hurled large hailstones down on them, and more of them died from the hail than were killed by the swords of the Israelites. On that day the Lord gave the Amorites over to Israel. Joshua said to the Lord in the presence of Israel, "Sun, stand still over Gibeon, and you moon over the valley of Ajalon." So the sun stood still, and the moon stopped, till the nation avenged itself on its enemies. As it is written in the book of Joshua, the sun stopped in the middle of the sky, and they lay going down about a full day. There has never been a day like it before or since, a day when the Lord listened to a human being. Surely the Lord was fighting for Israel. ਹਾਲੇਲੂਇਆ। ਹੁਣ ਆਪਾਂ ਇਹ ਦੇਖਦੇ ਹਾਂ 6 ਤੋਂ 14 ਵਿੱਚ ਕਿ ਜੋ ਪਰਮੇਸ਼ਵਰ ਜੋ ਇਜ਼ਰਾਈਲ ਨੂੰ ਜੋ ਅਮੋਰੀਆ ਦੇ ਲੋਕ ਸੀਗੇ ਉਹ ਕਾਫੀ ਸੂਰਮੇ ਸੀਗੇ। ਜੋ ਇਜ਼ਰਾਈਲ ਸੋਚ ਰਿਹਾ ਕਿ ਅਸੀਂ ਸ਼ਾਇਦ ਹੀ ਉਹਨਾਂ ਤੋਂ ਜਿੱਤ ਪਾਵਾਂਗੇ। We see that Israel was not confident in winning over the Amorites. ਕਈ ਵਾਰ ਆਪਣੀ ਜ਼ਿੰਦਗੀ ਵਿੱਚ ਵੀ ਇਦਾਂ ਹੁੰਦਾ ਆ ਕਿ ਆਪਾਂ ਕੋਈ ਕੰਮ ਹੋ ਰਿਹਾ ਹੁੰਦਾ, ਆਪਾਂ ਕਹਿੰਦੇ ਨਹੀਂ ਆਪਾਂ ਨਹੀਂ ਕਰ ਸਕਦੇ, ਆਪਣੇ 'ਚ ਇੰਨੀ ਹਿੰਮਤ ਨਹੀਂ। And sometimes we also think like this, that I cannot do this because I don't have that much of strength.
ਲੇਕਿਨ ਦੇਖੋ ਇੱਥੇ ਦੇਖਦੇ ਆਪਾਂ ਬਾਈਬਲ ਦੇ ਵਿੱਚ ਲਿਖਿਆ ਤਾਂ ਗਿਬਾਓਨ ਦੇ ਮਨੁੱਖਾਂ ਨੇ ਯਹੋਸ਼ੂਆ ਕੋਲ ਜਿਹੜਾ ਗਿਲਗਾਲ ਦੇ ਡੇਰੇ ਵਿੱਚ ਸੀ ਕਹਾ ਕੱਲਿਆ ਕਿ ਆਪਣਾ ਹੱਥ ਆਪਣੇ ਦਾਸਾਂ ਨੂੰ ਢਿੱਲਾ ਨਾ ਕਰਨਾ, ਛੇਤੀ ਨਾਲ ਸਾਡੇ ਕੋਲ ਆਓ ਅਤੇ ਸਾਨੂੰ ਬਚਾਓ ਅਤੇ ਸਾਡੀ ਸਹਾਇਤਾ ਕਰੋ, ਕਿਉਂ ਜੋ ਅਮੋਰੀਆ ਦੇ ਸਾਰੇ ਰਾਜੇ ਜਿਹੜੇ ਪਹਾੜ ਉੱਤੇ ਵਸਦੇ ਹਨ ਸਾਡੇ ਵਿਰੁੱਧ ਇਕੱਠੇ ਹੋਏ ਹਨ। ਸਾਰੇ ਰਾਜੇ ਇਕੱਠੇ ਵਿਰੁੱਧ ਹੋ ਗਏ ਤਾਂ ਯਹੋਸ਼ੂਆ ਨਾਲੇ ਸਾਰੇ ਯੋਧੇ ਅਤੇ ਸਾਰੇ ਸੂਰਬੀਰ ਗਿਲਗਾਲ ਤੋਂ ਚੜੇ ਤਾਂ ਯਹੋਵਾ ਨੇ ਯਹੋਸ਼ੂਆ ਨੂੰ ਆਖਿਆ ਤੂੰ ਉਹਨਾਂ ਤੋਂ ਨਾ ਡਰ, ਕਿਉਂ ਜੋ ਮੈਂ ਉਹਨਾਂ ਨੂੰ ਤੇਰੇ ਹੱਥ ਵਿੱਚ ਦੇ ਦਿੱਤਾ ਹੈ ਉਹਨਾਂ ਵਿੱਚੋਂ ਕੋਈ ਵੀ ਤੇਰੇ ਅੱਗੇ ਖਲੋ ਨਾ ਸਕੇਗਾ। ਤਾਂ ਯਹੋਸ਼ੂਆ ਗਿਲਗਾਲ ਤੋਂ ਸਾਰੀ ਰਾਤ ਤੁਰ ਕੇ ਉਹਨਾਂ ਉੱਤੇ ਅਚਾਨਕ ਆ ਪਿਆ। ਦੇਖੋ ਯਹੋਸ਼ੂਆ ਨੇ ਕੀ ਕੀਤੀ, ਸਾਰੀ ਰਾਤ ਮਿਹਨਤ ਕੀਤੀ। And we see that they marched all night. So Joshua worked hard all night. ਜੇ ਤੁਸੀਂ ਚਿੰਤਾ ਦੇ ਵਿੱਚ ਹੈ, ਜੇ ਤੁਸੀਂ ਪਰੇਸ਼ਾਨੀ ਦੇ ਵਿੱਚ ਹੈ, ਜੇ ਤੁਹਾਡੇ ਸ਼ੈਤਾਨ ਅਟੈਕ ਕਰ ਰਿਹਾ, ਤੁਸੀਂ ਕੀ ਕਰੋ? ਜੇ ਤੁਸੀਂ 1 ਘੰਟੇ ਦੀ ਪ੍ਰਾਰਥਨਾ 1.5 ਘੰਟੇ ਦੀ ਕਰੋ। And if you are going through a trouble or you're going through some problem, then you also pray for an hour, pray for more than that. 1.5 ਘੰਟੇ ਤੋਂ ਬਾਅਦ ਜੇ ਫੇਰ ਅਟੈਕ ਕਰਦਾ ਤੁਸੀਂ 2 ਘੰਟੇ ਕਰ ਲਓ। If for 1.5 hours you pray and it doesn't work, then again you pray for 2 hours. ਫੇਰ ਅਟੈਕ ਕਰਦਾ ਤੁਸੀਂ ਕੀ ਕਰੋ? ਹੋਰ ਵਧਾਓ। So if you still feel worried and fearful, continue praying. ਤਾਂ ਕਿ ਤੁਸੀਂ ਸ਼ੈਤਾਨ ਤੋਂ ਜਿੱਤ ਪਾ ਸਕੋ। ਹਾਲੇਲੂਇਆ। So that you can win over the enemy. ਜੇ ਹੁਣ ਇਹ ਸਾਰੀ ਰਾਤ ਨਾ ਤੋੜਦੇ, ਸਾਰੀ ਰਾਤ ਪਰਮੇਸ਼ਵਰ ਨੂੰ ਕਹੀ ਜਾਂਦੇ, ਪਰਮੇਸ਼ਵਰ ਤੂੰ ਸਾਡਾ ਪਰਮੇਸ਼ਵਰ ਹੈ, ਤੂੰ ਸਾਨੂੰ ਜਿੱਤ ਦੇ, ਜਿੰਨਾ ਚਿਰ ਕੋਈ ਲੜੇ ਨਹੀਂ ਉਹਨਾਂ ਚਿਰ ਜਿੱਤਦੇ ਨਹੀਂ। ਹਾਲੇਲੂਇਆ। And so we see that Joshua and his army, they marched the whole night and they were crying out to the Lord. For example, if they were just crying out to the Lord, give us victory, but victory wouldn't come just like that. ਆਪਣੇ ਨਾਲ ਦੇ ਕੋ ਮਿਹਨਤ ਕਰਨੀ ਪਵੇਗੀ। Say to your neighbor, we need to work hard. ਕਰਨੀ ਪਵੇਗੀ, ਮਿਹਨਤ ਕਰਨੀ ਪਵੇਗੀ। We need to work hard. ਕਾਗਜ਼ਾਂ ਦੇ ਜਹਾਜ਼ ਨਹੀਂ ਉੜਦੇ ਹੁੰਦੇ ਬਾਹਲੇ ਚ, जो जहाज नहीं पे आते बच्चे बनाते कागज के, ऐसे ही करते हैं, लेकिन घर से भी बाहर नहीं जाते, वापस ऐसे ही आ जाते घर में। See the aeroplanes that our children make with paper, they don't fly high, they just go up and come down immediately. जहाज वही चढ़ते हैं जिन्होंने मेहनत की है। हालेलुया। And on those planes, we can get into those airplanes only those who have worked hard. ਜਿਹਨਾਂ ਦੇ ਐਡੇ ਟਾਇਰ ਬਣਾਏ ਆ। ਹਾਲੇਲੂਇਆ। ਜਿਹਨਾਂ ਦੇ ਐਡੇ ਖਾਨੇ ਦਿੱਤੇ ਆ, ਜਿਹਨਾਂ ਦੇ ਵਿੱਚ ਸਾਡਾ ਕਿੰਨੇ ਭਾਰ ਆਉਂਦਾ ਆ, ਉਹਨਾਂ ਨੇ ਮਿਹਨਤ ਕੀਤੀ ਆ। ਹਾਲੇਲੂਇਆ। Those who have worked hard only they can do that. ਫਿਰ ਜਹਾਜ਼ ਚੜਦੇ ਆ, ਫਿਰ ਆਪਾਂ ਇੰਡੀਆ ਟੂ ਫਿਲਪਾਈਨ ਟੂ ਇੰਡੀਆ। ਹੁਣ ਤਾਂ ਕੋਵਿਡ ਨੂੰ ਵੀ ਬੰਦ ਕਰ ਦਿੱਤੀ। We work hard and that's why we're able to go from India to Philippines and Philippines to India, but these days no more flights. क्योंकि वो ओरिजिनल जहाज, Because they are the original airplanes that we can get into and fly. ਆਪਾਂ ਇੰਡੀਆ ਵਿੱਚ ਗਏ ਨਾ ਪ੍ਰਭੂ ਸਾਨੂੰ ਫਿਲਪਾਈਨ ਲੈ ਜਾ। ਜੇ ਤੁਸੀਂ ਟਿਕਟ ਓਕੇ ਨਾ ਕਰੋਗੇ ਫਿਰ ਤੁਸੀਂ ਫਿਲਪਾਈਨ ਕਦੇ ਨਹੀਂ ਆ ਸਕਦੇ ਸੀ। But if you were just in India and you were praying, Lord, take me to Philippines, and you never booked your ticket or not even confirmed your flight tickets, then you wouldn't fly. और वो नाल दिन को Say to your neighbor, गल्ला दे जहाज ना बना, ये उड़ने नहीं, ये 2 मिनट में वापस आ जाएंगे। हालेलुया। say to your neighbor that you can't make a flight, or you can't fly just with words. They will just go up and come back. बाइबल कह दिया यहोशुआ गिलगाल तो सारी रात तुर के, उस वेले कोई जहाज नहीं सी, उस वेले कोई उड़न वाला जहाज नहीं सी, उन्होंने तुर के पैदल यात्रा करके उन्होंने उत्ते अचानक आ पिया। हालेलुया। We see that Joshua marched all night from Gilgal. ਜਿਹੜੀ ਕਿ ਯਹੋਵਾ ਨੇ ਇਸਰਾਇਲ ਦੇ ਅੱਗੇ ਉਹਨਾਂ ਨੂੰ ਘਬਰਾ ਦਿੱਤਾ, ਉਹ ਡਰ ਗਏ। ਕਿਹਨੇ ਡਰ ਪਾ ਦਿੱਤਾ? ਖੁਦਾਵੰਦ ਪਰਮੇਸ਼ਵਰ ਯਹੋਵਾ ਨੇ। ਹਾਲੇਲੂਇਆ। And we see that the Lord threw them into confusion before Israel. So the Lord threw the enemy into confusion. It's the Lord's work. ਕਿਉਂਕਿ ਪਰਮੇਸ਼ਵਰ ਹੀ ਕਰ ਸਕਦਾ ਹੈ।
this thing only can be done by God. क्योंकि परमेश्वर कहता है मेरे लिए कोई मुश्किल नहीं, मैं सब कुछ कर सकता है। हालेलुया। Because the Lord says nothing is too hard for me. प्रेज़ द लॉर्ड। तालियों से परमेश्वर को किसको महिमा मिली। हालेलुया। ਅਤੇ ਉਹਨਾਂ ਨੇ ਗਿਬੋਨ ਵਿੱਚ ਵੱਡੀ ਮਾਰ ਨਾਲ ਮਾਰ ਸੁੱਟਿਆ ਅਤੇ ਉਹਨੇ ਬੈਤ ਹਰੋਨ ਦੀ ਚੜ੍ਹਾਈ ਦੇ ਰਾਹ ਵਿੱਚ ਉਹਨਾਂ ਦਾ ਪਿੱਛਾ ਕੀਤਾ ਅਤੇ ਉਹਨਾਂ ਨੂੰ ਅਜੇ ਕਾਂ ਅਤੇ ਮੱਕੀ ਦਾ ਇੱਕ ਮਾਰਦਾ ਗਿਆ। ਇੰਨੀ ਪਰਮੇਸ਼ਵਰ ਦੀ ਪਾਵਰ ਭਰ ਦਿੱਤੀ। ਪਾਵਰ ਕਦੀ God ਕਦੀ gave them victory. He gave them so much power. ਪਾਵਰ ਆਪਣੀ ਜੀਵਨ ਦੀ ਘਟ ਜਾਂਦੀ, ਘਟ ਜਾਂਦੀ। Our power goes away. ਹਾਲੇਲੂਇਆ। Vanishes. ਆਪਾਂ ਹੁਣ ਮਾਈਕ ਯੂਜ਼ ਕਰ ਰਹੇ ਹਾਂ, ਜਦੋਂ ਦੀ ਪਾਵਰ ਘਟ ਗਈ ਇਹਦੀ ਵੌਇਸ ਵੀ ਕਿਵੇਂ ਹੋਣੀ ਆ, ਘਟ ਜਾਣੀ ਕਿਉਂਕਿ ਇਹਦੀ ਪਾਵਰ ਘਟ ਗਈ। ਕਿਉਂ ਘਟ ਗਈ? ਆਪਾਂ ਨੂੰ ਚਾਰਜ ਨਹੀਂ ਕੀਤਾ। And we are using a microphone, and once the power is, once it's not charged, the power will not be for long, and we cannot speak. It won't work because we haven't charged it. ਆਪਾਂ ਨਾਲ ਤੋਂ ਕੋ ਘੱਟ ਤੋਂ ਘੱਟ 1 ਘੰਟਾ ਦਾ ਆਪਾਂ ਚਾਰਜ ਕਰਿਆ ਕਰੀਏ ਆਪਣੀ ਆਤਮਿਕ ਲਾਈਫ। ਜੇ ਤੁਸੀਂ 1 ਘੰਟਾ ਨਹੀਂ ਪ੍ਰਾਰਥਨਾ ਕਰਦੇ, ਕਹਿ ਦਿਓ ਆਦਤ ਨਾਲ ਦੇ ਨੂੰ, ਕਹੋ ਇੱਕ ਦੂਜੇ ਨੂੰ ਘੱਟ ਤੋਂ ਘੱਟ 1 ਘੰਟਾ ਦਾ ਆਪਾਂ ਚਾਰਜ ਕਰੀਏ ਆਪਣੀ ਆਤਮਿਕ ਲਾਈਫ ਨੂੰ। ਜੇ ਤੁਸੀਂ 1 ਘੰਟਾ ਚਾਰਜ ਕਰੋਗੇ, ਤੁਹਾਡਾ ਇੱਕਦਮ ਕੀ ਹੋਵੇਗਾ? ਇੱਕਦਮ ਤੁਹਾਡਾ ਪੂਰਾ ਹੋਵੇਗਾ। ਆਪਾਂ ਜਦੋਂ ਬੈਟਰੀ ਨੂੰ ਚਾਰਜ ਕਰਦੇ ਆ, 1 ਘੰਟੇ ਜਦੋਂ ਬੈਟਰੀ ਚਾਰਜ ਹੁੰਦੀ ਆ, ਕਿੰਨੇ ਦਿਨ ਸਾਡੇ ਪੂਰੇ ਹੋ ਜਾਂਦੇ ਆ? 1 ਦਿਨ, 1.5 ਦਿਨ ਜਾਂ 2 ਦਿਨ। ਉਸੇ ਤਰ੍ਹਾਂ ਜਦੋਂ ਆਪਾਂ 1 ਘੰਟਾ ਆਤਮਿਕ ਪ੍ਰਾਰਥਨਾ ਕਰਾਂਗੇ, ਸਾਡੀ ਆਤਮਿਕ ਲਾਈਫ ਕੀ ਹੋ ਜਾਵੇਗੀ? ਚਾਰਜ ਹੋ ਜਾਵੇਗੀ। ਹਾਲੇਲੂਇਆ। Amen. Say to your neighbor, you need to charge yourself spiritually. At least 1 hour you need to pray. ਜੋ ਤੁਹਾਡੇ ਮਨ ਵਿੱਚ ਆਉਂਦਾ ਸੈਲ ਨੂੰ ਕਹਿੰਦੇ ਚੱਲਦਾ ਨਹੀਂ, ਪਤਾ ਨਹੀਂ ਕਿਉਂ। ਜਦੋਂ ਦੇਖਦੇ ਬੈਟਰੀ, ਪਤਾ ਨਹੀਂ ਕਿਉਂ। ਇਹਦੇ ਜਦੋਂ ਆਤਮਿਕ ਲਾਈਫ ਆਤਮਾ ਵੀ ਆਪ ਨੂੰ ਝੋੜਦਾ, ਉਹ ਬਹਿ ਜਾ ਪ੍ਰਾਰਥਨਾ ਵਿੱਚ ਬਹਿ ਜਾ। ਲੇਕਿਨ ਤੁਸੀਂ ਕਹਿੰਦੇ ਨਹੀਂ, अभी तो मैं बिजी हूँ, मैंने ये करना, मैंने वो करना, बाद में करूँगा। The Spirit is waiting. You know, the Spirit tells us, come on, sit down for prayer. Talk to the Lord. Spend time in prayer. But then we try to put it away. We say, I'm busy now. I need to do this. I need to do that. और ਆਪਾਂ ਦੇਖਦੇ 11ਵੀਂ ਦਿਨ ਵਿੱਚ ਤਾਂ ਇਹ ਹੋਇਆ ਕਿ ਜਦ ਉਹ ਇਜ਼ਰਾਈਲ ਦੇ ਅੱਗੇ ਨੱਠੇ ਜਾਂਦੇ ਸਨ ਤਾਂ ਬੈਤ ਹੋਰੋਨ ਦੀ ਚੜਾਈ ਕੋਲ ਯਹੋਵਾ ਨੇ ਉਹਨਾਂ ਉੱਤੋਂ ਆਕਾਸ਼ੋਂ ਕੀ ਕੀਤਾ? ਵੱਡੇ ਵੱਡੇ ਪੱਥਰ ਅਜੇ ਕਾਹਤੇ ਇਹੋ ਸੁੱਟੇ ਕਿ ਉਹ ਮਰ ਗਏ। ਪੱਥਰ ਹੀ ਏਡੇ ਵੱਡੇ ਸਿੱਟੇ, ਕੀ ਹੋ ਗਏ? ਉਹ ਮਰ ਗਏ ਕਿ ਜੀਦੇ ਹੋ ਗਏ? ਜੁੜੇ ਰਹੋ ਮੇਰੇ ਨਾਲ। ਉਹਨਾਂ ਕਹਿੰਦੇ ਉਹ ਜੀਦੇ ਹੋ ਗਏ। ਜੇ ਤੁਸੀਂ ਕਹਾਂ ਜੀਦੇ ਹੋ ਗਏ, ਫਿਰ ਸਮਝੋ ਤੁਸੀਂ ਮੇਰੇ ਨਾਲ ਜੁੜੇ ਨਹੀਂ ਹੈ। So we see in verse 11 that as they fled before Israel on the road down from Beth Horon to Azekah, the Lord hurled large hailstones down on them, and more of them died from the hail than killed by the swords of the Israelites. ਉਸ ਤੋਂ ਬਾਅਦ ਪਰਮੇਸ਼ਵਰ ਨੇ ਗੜੀਆਂ ਨਾਲ ਮਾਰੇ, ਉਹ ਉਹਨਾਂ ਤੋਂ ਵੱਧ ਸਨ ਜਿਹੜੇ ਇਜ਼ਰਾਈਲ ਦੀ ਤੇਗ ਨਾਲ ਵੱਢੇ ਗਏ। ਤਾਂ ਯਹੋਸ਼ੂਆ ਨੇ ਯੋਆਬ ਨਾਲ ਉਸ ਦਿਨ ਜਦ ਯੋਆਬ ਨੇ ਅਮੋਰੀਆ ਨੂੰ ਇਜ਼ਰਾਈਲ ਨੂੰ ਦੇ ਦਿੱਤਾ, ਗੱਲ ਕੀਤੀ ਅਤੇ ਇਜ਼ਰਾਈਲ ਦੇ ਦੇਖਦਿਆਂ ਆਖਿਆ। ਹੁਣ ਦੇਖੋ ਯਹੋਸ਼ੂਆ ਨੇ ਕੀ ਕਹਿਤਾ, ਬੜੀ ਗੱਲ ਸੁਣਨ ਵਾਲੀ ਆ। ਕਹਿੰਦਾ ਹੇ ਸੂਰਜ ਗਿਬੋਨ ਉੱਤੇ ਅਤੇ ਹੇ ਚੰਦਰਮਾ ਆਇਆ ਨੌ ਦੀ ਖੱਡ ਵਿੱਚ ਠਹਿਰੇ ਰਹੋ। ਤਾਂ ਸੂਰਜ ਠਹਿਰ ਗਿਆ ਅਤੇ ਚੰਦਰਮਾ ਖੜਾ ਰਿਹਾ ਜਦ ਤੱਕ ਕੌਮ ਨੇ ਆਪਣੇ ਬੈਰੀਆਂ ਤੋਂ ਵੱਢਾ ਨਾ ਲਿਆ। ਹਾਲੇਲੂਇਆ। And we see that that day the Israelites won over the Amorites. And we also see what Joshua said in verse 12. He said, he said to the Lord in the presence of Israel, sun, stand still over Gibeon, and you moon over the valley of Ajalon. ਆਪਣੇ ਨਾਮ ਤੋਂ ਤੇਰੇ ਮੁਖ ਵਿੱਚ ਸਾਮਰਥ। Say to your neighbor, you have power in your mouth. ਇਹ ਪਰਮੇਸ਼ਵਰ ਦਾ ਦਾਸ ਯਹੋਸ਼ੂਆ ਸੀ। ਉਹਨੇ ਜਦੋਂ ਕਿਹਾ ਕਿ ਸੂਰਜ ਠਹਿਰ ਜਾਵੇ, ਚੰਦਰਮਾ ਠਹਿਰ ਜਾਵੇ, ਉਸ ਵੇਲੇ ਕੀ ਹੋ ਗਿਆ? ਠਹਿਰ ਗਿਆ। ਕਿਉਂ? ਕਿਉਂਕਿ ਪਰਮੇਸ਼ਵਰ ਦੇ ਦਾਸਾਂ ਦੇ ਵਿੱਚ ਜੋ ਉਹ ਕਹਿੰਦੇ ਆ ਉਹ ਹੋ ਜਾਂਦਾ ਹੈ। ਹਾਲੇਲੂਇਆ। ਔਰ ਜੋ ਤੁਸੀਂ ਕਹੋਗੇ ਹੋ ਜਾਵੇਗਾ, ਕਿਉਂਕਿ ਪਰਮੇਸ਼ਵਰ ਦੀਆਂ ਅੱਖਾਂ ਸਦਾ ਹੀ ਧਾਰਮਿਕ ਤੇ
ਖੁੱਲੀਆਂ ਰਹਿੰਦੀਆਂ ਔਰ ਕੰਨ ਸਦਾ ਹੀ ਟਿਕੇ ਰਹਿੰਦੇ। ਹਾਲੇਲੂਇਆ। So Joshua said, sun stand still over Gibeon and moon over the valley of Ajalon. And it happened so. So there is power in your mouth. There is power in your words. Because the Lord gives power to His people. The Lord gives power to His servants that they can speak and things will happen. And also you, because the Lord's eyes are always on the righteous and His ears attentive to their prayers. So what you speak will happen. ਲਿਖਿਆ ਹੈ ਕਿ ਇਹ ਯਾਸ਼ਰ ਦੀ ਪੋਥੀ ਵਿੱਚ ਲਿਖਿਆ ਹੋਇਆ ਨਹੀਂ, ਜੋ ਸੋ ਸੂਰਜ ਆਕਾਸ਼ ਦੇ ਵਿਚਕਾਰ ਖੜਾ ਰਿਹਾ ਅਤੇ ਸਾਰੀ ਦਿਹਾੜੀ ਡੁੱਬਣ ਦੀ ਛੇਤੀ ਨਾ ਕੀਤੀ, ਇਸ ਤੋਂ ਅੱਗੇ ਅਥਵਾ ਪਿੱਛੇ ਅਜਿਹਾ ਦਿਨ ਕਦੀ ਨਹੀਂ ਹੋਇਆ ਕਿ ਯਹੋਵਾ ਨੇ ਮਨੁੱਖ ਦੀ ਆਵਾਜ਼ ਸੁਣੀ ਹੋਵੇ, ਕਿਉਂ ਜੋ ਯਹੋਵਾ ਇਸਰਾਏਲ ਲਈ ਲੜਿਆ। ਹਾਲੇਲੂਇਆ। So the sun stood still and the moon stopped till the nation avenged itself on its enemies, as it is written in the book of Joshua. The sun stopped in the middle of the sky and delayed going down about a full day. There has never been a day like it before or since, a day when the Lord listened to a human being. Surely the Lord was fighting for Israel. ਕਿਉਂਕਿ ਇਹਦਾ ਜਿਹੜਾ ਮਰਜ਼ੀ ਉੱਠ ਕੇ ਕਹਿ ਸਕਦਾ ਵੀ ਪਰਮੇਸ਼ਵਰ ਅੱਜ ਸੂਰਜ ਨੂੰ ਰੋਕ ਦੇ, ਪਰਮੇਸ਼ਵਰ ਅੱਜ ਆਹ ਕਰਦੇ। ਬਾਈਬਲ ਦੇ ਵਿੱਚ ਲਿਖਿਆ ਉਸ ਤੋਂ ਬਾਅਦ ਪਰਮੇਸ਼ਵਰ ਨੇ ਕੁਦਰਤ ਨੂੰ ਨਹੀਂ ਹਿਲਾਇਆ, ਪਰ ਪਰਮੇਸ਼ਵਰ ਜੋ ਇਸਰਾਇਲੀ ਲੜਿਆ ਉਸ ਸਮੇਂ ਦੇ ਸੂਰਜ ਵੀ ਔਰ ਚੰਦ ਵੀ ਇਸਰਾਇਲੀ ਰੋਕ ਛੱਡਿਆ ਕਿ ਇਸਰਾਇਲੀ ਜਿੱਤ ਗਿਆ। ਹਾਲੇਲੂਇਆ। So we see that it's written that there has never been a day like it before or since, a day when the Lord listened to a human being. The Lord helped the Israelites win, and He heard Joshua's plea, and He did. He stopped the nature, the sun going down and the moon coming up. ਇਹ ਹੁਣ ਆਪਾਂ ਦੇਖਿਆ ਫਸਟ ਪੁਆਇੰਟ ਕੀ ਦੇਖਿਆ ਕਿ ਪਰਮੇਸ਼ਵਰ ਯਹੋਵਾ ਇਸਰਾਇਲ ਦੇ ਲਈ ਲੜਿਆ। ਕਿਦਾਂ ਲੜਿਆ ਉਹ ਆਪਾਂ ਨੂੰ ਹੁਣ ਪਤਾ ਲੱਗ ਚੁੱਕਾ ਹੈ। We saw the first point that we have noticed was that we have seen is the Lord fought for Israel, and now we see how the Lord fought for Israel. Second point, God blinded the army of Arameans. ਪਰਮੇਸ਼ਵਰ ਨੇ ਅਰਾਮ ਦੀਆਂ ਫੌਜਾਂ ਨੂੰ ਅੰਨ੍ਹਿਆ ਕਰ ਦਿੱਤਾ। ਆ ਦੂਜਾ ਚਮਤਕਾਰ ਆਪਾਂ ਦੇਖ ਰਹੇ ਹਾਂ। ਚਮਤਕਾਰ ਪਰਮੇਸ਼ਵਰ ਬਹੁਤ ਕੀਤੇ ਆ। ਪਹਿਲਾ ਚਮਤਕਾਰ ਆਪਾਂ ਦੇਖਿਆ ਪਰਮੇਸ਼ਵਰ ਇਸਰਾਇਲੀ ਲੜਿਆ। और दूसरा जब चमत्कार देखेंगे कि परमेश्वर ने अराम की फौजा को अन्य कर दिया। हालेलुया। So the first miracle the Lord fought for Israel through Joshua, and now we see the second miracle, God blinded the army of Arameans. 2 Kings chapter 6 verse 8. Now the king of Aram was at war with Israel. After conferring with his officers, he said, I will set up my camp in such and such a place. ਆਪਾਂ ਦੇਖਦੇ ਹਾਂ ਕਿ ਲਿਖਿਆ ਆਰਾਮ ਦਾ ਰਾਜਾ ਇਸਰਾਇਲ ਨਾਲ ਲੜ ਰਿਹਾ ਸੀ, ਸੋ ਉਹਨੇ ਆਪਣੇ ਚਾਕਰਾਂ ਨੂੰ ਮਤਾ ਪਕਾਇਆ ਤੇ ਆਖਿਆ ਭਈ ਫਲਾਨੀ ਥਾਂ ਮੇਰਾ ਡੇਰਾ ਲੱਗੇਗਾ। ਸੋ ਪਰਮੇਸ਼ਵਰ ਦੇ ਜਨ ਨੇ ਇਸਰਾਇਲ ਦੇ ਪਾਸ ਨੂੰ ਖਵਾ ਕੇ ਲਿਆ ਭਈ ਖਬਰਦਾਰ ਇਸ ਥਾਂ ਦੇ ਵਿੱਚ ਦੀ ਨਾ ਲੰਗੀ। ਆਪਾਂ ਦੇਖਦੇ ਹਾਂ ਜੋ ਆਰਾਮ ਦਾ ਜੋ ਰਾਜਾ ਸੀਗਾ ਉਹ ਜੋ ਕਰਦਾ ਸੀ, ਪਰਮੇਸ਼ਵਰ ਦਾ ਦਾਸ ਅਲੀਸ਼ਾ ਇਸਰਾਇਲ ਦੇ ਰਾਜੇ ਨੂੰ ਦੱਸ ਦਿੰਦਾ ਸੀ। ਹਾਲੇਲੂਇਆ। And now we see the king of Aram, whatever he would plan, he was at war with Israel, they were enemy countries, and whatever he planned, Elisha would, the prophet Elisha would be able to tell the king of Israel. और जो आराम का राजा है वो परेशान हो गया, चिंता में चल गया। And the king of Aram was really worried, or wondering how this happens, how the enemy Israel king already knows what he's planning. वो अपने मेन लोगों को जेड़े ਉਹਦੇ मतलब मेन ਸਿਪਾਹੀ ਲਾ ਲਓ ਕੁਝ ਵੀ ਲਾ ਲਓ ਖਾਸ ਬੰਦੇ ਨੂੰ ਸੱਦਦਾ, ਉਹ ਕਹਿੰਦਾ ਤੁਹਾਡੇ ਵਿੱਚੋਂ ਨਹੀਂ ਕੋਈ ਜਾ ਕੇ ਦੱਸਦਾ ਉਹਨੂੰ। And he was so upset that he began to talk to his people, who amongst my people are going and telling the king of Israel all our plans. ਸੋ ਆਓ ਆਪਾਂ ਦੇਖਦੇ ਹਾਂ
11 से लेकर 23 तक, 11 से लेकर 23 तक आगे पढ़ते हैं और उनको पढ़ते हैं। So let's look at this story. This enraged the king of Aram. He summoned his officers and demanded of them, "Tell me, which of us is on the side of king of Israel?" "None of us, my lord the king," said one of his officers. But Elisha, the prophet who is in Israel, tells the king of Israel the very words you speak in your bedroom. "Go find out where he is," the king ordered, "so I can send men and capture him." The report came back, "He is in Dothan. There is sent horses and chariots and a strong force there." They went by night and surrounded the city. When the servant of the man of God got up and went out early the next morning, an army with the horses and chariots had surrounded the city. "Oh no, my lord, what shall we do?" the servant asked. "Don't be afraid," the prophet answered. "Those who are with us are more than those who are with them." And Elisha prayed, "Open his eyes, Lord, so that he may see." Then the Lord opened the servant's eyes, and he looked and saw the hills full of horses and chariots of fire all around Elisha. As the enemy came down toward him, Elisha prayed to the Lord, "Strike this army with blindness." So the Lord struck them with blindness, as Elisha had asked. हालेलुया। आप देखते हैं, लेकिन कल ਉਹਦੇ ਚਾਕਰਾਂ ਵਿੱਚੋਂ ਇੱਕ ਨੇ ਆਖਿਆ, "ਮੇਰੇ ਸੁਆਮੀ ਤੇ ਪਾਤਸ਼ਾਹ ਕੋਈ ਨਹੀਂ, ਪਰ ਅਲੀਸ਼ਾ ਨਬੀ ਜੋ ਇਜ਼ਰਾਈਲ ਵਿੱਚ ਹੈ, ਤੇਰੀਆਂ ਉਹ ਗੱਲਾਂ ਜੋ ਤੂੰ ਆਪਣੇ ਸੌਣ ਵਾਲੇ ਕਮਰੇ ਵਿੱਚ ਕਰਦਾ ਹੈ, ਇਜ਼ਰਾਈਲ ਦੇ ਪਾਤਸ਼ਾਹ ਨੂੰ ਦੱਸਦਾ ਹੈ।" ਔਰ ਉਹ ਕਿਹਦੇ ਜਰੀਏ ਦੱਸਦਾ ਸੀ? ਪਿਤਰ ਆਤਮਾ ਦੇ ਜਰੀਏ ਦੱਸਦਾ ਸੀ। ਹਾਲੇਲੂਇਆ। ਪਿਤਰ ਆਤਮਾ ਦੱਸਦਾ ਸੀ ਕਿ ਆਰਾਮ ਦਾ ਪਾਤਸ਼ਾਹ ਇਸ ਵੇਲੇ ਇਜ਼ਰਾਈਲ ਤੇ ਬਹੁਤ ਕਿਹੜਾ ਯੋਜਨਾ ਬਣਾ ਰਿਹਾ। ਉਸ ਵੇਲੇ ਉਹ ਕੀ ਕਰਦਾ ਸੀ? ਅਲੀਸ਼ਾ ਆਪਣੇ ਇਜ਼ਰਾਈਲ ਦੇ ਦੇਸ਼ ਨੂੰ ਦੱਸਦਾ ਸੀ ਕਿ ਉਹ ਆਰਾਮ ਦਾ ਦੇਸ਼ ਦੀ ਉਹਦੀ ਆਪ ਨੇ। And so through the Spirit of God, by the help of the Holy Spirit, the prophet Elisha would always tell the plans of king of Aram, to the king of Israel, what their plans, what the enemy is planning, everything the prophet Elisha would tell them. ਤਾਂ ਫਿਰ ਰਾਜਾ ਕਹਿੰਦਾ, ਤਾਂ ਉਹ ਬੋਲਿਆ, "ਜਾ ਕੇ ਵੇਖ ਉਹ ਕਿੱਥੇ ਹੈ, ਵੀ ਮੈਂ ਉਸ ਨੂੰ ਫੜ ਕੇ ਲੈ ਆਵਾਂ।" ਫਿਰ ਉਹਨੂੰ ਦੱਸਿਆ ਗਿਆ ਭਈ ਉਹ ਵੇਖੋ ਉਹ ਦੁਥਾਨ ਵਿੱਚ ਹੈ। ਸੋ ਉਹਨੇ ਘੋੜਿਆਂ, ਰੱਥਾਂ ਤੇ ਇੱਕ ਤਕੜੀ ਫੌਜ ਨੂੰ ਉਧਰ ਕੱਢਿਆ ਅਤੇ ਉਹਨਾਂ ਨੇ ਰਾਤੋਂ ਰਾਤ ਆ ਕੇ ਸ਼ਹਿਰ ਨੂੰ ਘੇਰ ਲਿਆ। ਇੱਕ ਇਨਸਾਨ ਨੂੰ ਸੁਣੋ, ਇੱਕ ਇਨਸਾਨ ਨੂੰ ਫੜਨ ਦੇ ਲਈ ਤਕੜੀਆਂ ਫੌਜਾਂ ਸਾਰੇ ਏਰੀਆ ਨੂੰ ਘੇਰ ਲਿਆ। And so we see that king of Aram came to know through one of his men that it's prophet Elisha who tells everything, even what he speaks in his bedroom, he knows. So he said, "Go and find him and see to get hold of Elisha, just one person. The king sent horses and chariots and a strong force." ਹਾਲੇਲੂਇਆ। 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 ਬਹੁਤ ਵਧੀਆ ਹੈਗਾ। ਮੈਂ ਲਿਖਿਆ ਜਦ ਪਰਮੇਸ਼ਵਰ ਦੇ ਜਾਂਦਾ ਟਾਈਮ ਸਵੇਰੇ ਉੱਠ ਕੇ ਬਾਹਰ ਆਇਆ। ਜਦੋਂ ਆਪਾਂ ਸਵੇਰੇ ਉੱਠ ਕੇ ਬਾਹਰ ਜਾਂਦੇ ਆ, ਕੀ ਦੇਖ ਰਿਹਾ? ਤਾਂ ਵੇਖਿਆ ਭਈ ਇੱਕ ਫੌਜ ਨੇ ਘੋੜਿਆਂ ਤੇ ਰੱਥਾਂ ਨਾਲ ਸ਼ਹਿਰ ਨੂੰ ਘੇਰਿਆ ਹੋਇਆ ਹੈ। ਤਦ ਉਸ ਦੇ ਟਹਿਲਿਆਂ ਨੇ ਉਸ ਨੂੰ ਆਖਿਆ, "ਹਾਏ ਮੇਰੇ ਸਵਾਮੀ ਜੀ, ਅਸੀਂ ਕੀ ਕਰੀਏ?" ਹਾਲੇਲੂਇਆ। ਉਹ ਡਰ ਗਿਆ ਦੇਖ ਕੇ, ਕਹਿੰਦਾ ਹੁਣ ਆਪਾਂ ਸਵਾਮੀ ਜੀ ਕੀ ਕਰੀਏ? ਆ ਗਏ ਬੰਦੇ ਫੜ ਆਪਾਂ ਨੂੰ। And we see that the servant of the man of God got up and went out early the next morning. An army with horses and chariots had surrounded the city. "Oh no, my lord, what shall we do?" the servant asked. ਤੇ ਪਰਮੇਸ਼ਵਰ ਦੇ ਦਾਸ ਨੇ ਕੀ ਕਿਹਾ? ਉਹ ਕਹਿੰਦਾ ਮੈਂ ਡਰ ਗਿਆ, ਚਲੋ ਇੱਥੋਂ ਭੱਜੀਏ। ਕਿੱਦਾਂ ਗਿਆ? ਬਾਈਬਲ ਇਹ ਨਹੀਂ ਕਹਿੰਦੀ ਮੋਰੇ ਆਪਾਂ ਦੇਖਦੇ ਹਾਂ ਪ੍ਰਭੂ ਦਾ ਦਾਸ ਕੀ ਕਹਿ ਰਿਹਾ। And we see that Elisha did not tell the servant, "You're afraid, then get lost from here." He didn't say that, but let's see what he says. ਉਹ ਕਹਿੰਦਾ ਆਪਣੇ ਚਾਕਰ ਨੂੰ ਲੋਕ ਨੂੰ ਕੀ ਕਹਿੰਦਾ? ਕਹਿੰਦਾ ਉਸਨੇ ਆਖਿਆ, "ਨਾ ਡਰ, ਕਿਉਂ ਜੋ ਸਾਡੇ ਨਾਲ ਦੇ ਉਹਨਾਂ ਦੇ ਨਾਲ ਦੀਆਂ ਨਾਲੋਂ ਬਾਹਲੇ ਹਨ." ਉਹ ਕਹਿੰਦਾ ਜਿਹੜੇ ਆਏ ਆ ਨਾ ਇਹ ਆਪਾਂ ਨੂੰ ਫੜਨ, ਜਿਹੜੇ ਆਪਣੇ ਕੋਲ ਆ ਇਹ ਤੋਂ ਵੀ ਜ਼ਿਆਦਾ ਆ। What did he say to him? He said, "Don't be afraid." The prophet answered, "Those who are with us are more than those who are with them." ਹਾਲੇਲੂਇਆ। तो हालेलुया। ताड़ियां देना परमेश्वर पूरी तरह हालेलुया। ਤੁਹਾਡੀ ਜ਼ਿੰਦਗੀ ਵਿੱਚ ਚਮਤਕਾਰ ਆਏ ਪਰਮੇਸ਼ਵਰ ਦਾ। ਫਿਰ ਦੇਖੋ ਇਹ ਪ੍ਰਭੂ ਦਾਸ ਕੀ ਕਹਿੰਦਾ
ਤਦ ਅਲੀਸ਼ਾ ਨੇ ਬੇਨਤੀ ਕੀਤੀ ਤੇ ਆਖਿਆ, ਹੇ ਯਹੋਵਾ, ਤੂੰ ਉਹਦੀਆਂ ਅੱਖਾਂ ਖੋਲ ਵੀ ਉਹ ਵੇਖੇ। ਅਤੇ ਯਹੋਵਾ ਨੇ ਉਸ ਜਵਾਨ ਦੀਆਂ ਅੱਖਾਂ ਖੋਲ ਦਿੱਤੀਆਂ ਅਤੇ ਉਹਨੇ ਨਿਗਾਹ ਕਰਕੇ ਵੇਖਿਆ ਵੀ ਅਲੀਸ਼ਾ ਦੇ ਦੁਆਲੇ ਦਾ ਪਹਾੜ ਅਗਨ ਦੇ ਘੋੜਿਆਂ ਤੇ ਰੱਥਾਂ ਨਾਲ ਭਰਿਆ ਹੋਇਆ ਹੈ। ਉਹ ਤਾਂ ਸਿਰਫ ਰੱਥ ਕੀ ਸੀਗੇ, ਬੰਦਿਆਂ ਦੇ ਸੀ, ਲੇਕਿਨ ਜਦੋਂ ਪਰਮੇਸ਼ਵਰ ਦੇ ਦਾਸ ਨੇ ਜਦੋਂ ਖੋਲਿਆ ਚੱਕਰ ਦਾ ਆਤਮਿਕ ਅੱਖਾਂ ਖੋਲੀਆਂ ਤੇ ਅੱਗ ਦੇ ਰੱਥ, ਅੱਗ ਦੀਆਂ ਸੈਨਾ ਜਦੋਂ ਦੇਖੀਆਂ। ਹਾਲੇਲੂਇਆ, ਕਹੋ ਹਾਲੇਲੂਇਆ। And Elisha prayed, open his eyes, Lord, so that he may see. Then the Lord opened the servant's eyes, and he looked and saw the hills full of horses and chariots of fire all around Elisha. ਹਾਲੇਲੂਇਆ। ਦੇਖਿਆ, ਜਦੋਂ ਅਲੀਸ਼ਾ ਦੇ ਵੱਲ ਆਉਣ ਲੱਗੇ ਤਾਂ ਅਲੀਸ਼ਾ ਨੇ ਜਵਾਬ ਦੇ ਕੇ ਬੇਨਤੀ ਕੀਤੀ ਤੇ ਆਖਿਆ ਕਿ ਇਸ ਕੌਮ ਨੂੰ ਇੱਕਦਮ ਅੰਨੀ ਕਰ ਦੇ। And when the enemy came down toward him, Elisha prayed to the Lord, strike this army with blindness. ਨਾ ਤੈਨੂੰ ਕਹੋ ਪਰਮੇਸ਼ਵਰ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ। Say to your neighbor, the Lord loves you. ਨਾ ਤੈਨੂੰ ਕਹੋ ਪਰਮੇਸ਼ਵਰ ਸਾਡੀ ਸੁਣਦਾ ਆ। Say to your neighbor, the Lord listens to us. ਯਹੋਸ਼ੂਆ ਦੀ ਸੁਣੀ। ਯਹੋਸ਼ੂ ਨੇ ਕਿਹਾ, ਪਰਮੇਸ਼ਵਰ ਕੀ ਰੋਕ ਦੇ? ਸੂਰਜ ਰੋਕ ਦੇ, ਚੰਦਰਮਾ ਰੋਕ ਦੇ। ਉਸੇ ਵੇਲੇ ਉਹ ਸਮਾਂ ਰੋਕ ਦਿੱਤਾ। ਪਰਮੇਸ਼ਵਰ ਰੋਕ ਦਿੱਤਾ ਜਾਂ ਰੋਕ ਦਿੱਤਾ? ਯਹੋਸ਼ੂ ਨੇ ਕਿਹਾ, ਉਹ ਹੋ ਗਿਆ। The Lord listens to our prayers. He heard Joshua when Joshua prayed for the sun to stand still and the moon to stand still. It happened. ਔਰ ਇੱਥੇ ਅਲੀਸ਼ਾ ਕੀ ਕਹਿੰਦਾ? ਕਹਿੰਦਾ ਹੈ, ਅਲੀਸ਼ਾ ਕਹਿੰਦਾ ਹੈ ਉਹਨੇ ਪ੍ਰਾਰਥਨਾ ਕੀਤੀ। ਕੀ ਪ੍ਰਾਰਥਨਾ ਕੀਤੀ? ਜਦੋਂ ਅਲੀਸ਼ਾ ਦੇ ਵੱਲ ਆਉਣ ਲੱਗੇ ਤਾਂ ਅਲੀਸ਼ਾ ਨੇ ਯਹੋਵਾ ਦੇ ਅੱਗੇ ਬੇਨਤੀ ਕੀਤੀ ਤੇ ਆਖਿਆ ਕਿ ਇਸ ਕੌਮ ਨੂੰ ਇੱਕਦਮ, ਉਹਨੇ ਇੱਕਦਮ ਕੀ ਕਰਦੇ? ਅੰਨੀ ਕਰਦੇ। And what did Elisha pray here? Strike this army with blindness. ਲਿਖਿਆ ਹੈ, ਅਤੇ ਉਸ ਨੇ ਅਲੀਸ਼ਾ ਦੇ ਆਖੇ ਅਨੁਸਾਰ ਉਹਨਾਂ ਨੂੰ ਇੱਕਦਮ ਕੀ ਕਰ ਦਿੱਤਾ? ਅੰਨੀਆਂ ਕਰ ਦਿੱਤਾ। So he struck them with blindness. ਦੇਖੋ, ਪਰਮੇਸ਼ਵਰ ਆਪਣੇ ਦਾਸਾਂ ਦਾ ਕਹਿਣਾ ਮੰਨਦਾ ਸੀ, ਮੰਨਦਾ ਰਹੇਗਾ, ਪਰ ਕਦੋਂ? ਜਦੋਂ ਅਸੀਂ ਪਰਮੇਸ਼ਵਰ ਦੇ ਵਫਾਦਾਰ ਰਵਾਂਗੇ। ਹਾਲੇਲੂਇਆ। And so he struck them with blindness as Elisha had asked. So the Lord would listen to his servants and he would do what they say. But when will he do this? When we are found faithful. ਲਿਖਿਆ ਹੈ, ਤਦ ਅਲੀਸ਼ਾ ਨੇ ਉਹਨਾਂ ਨੂੰ ਆਖਿਆ, ਇਹ ਉਹ ਰਾਹ ਨਹੀਂ ਨਾ, ਉਹ ਸ਼ਹਿਰ ਹੈ। ਮੇਰੇ ਪਿੱਛੇ ਤੁਰੇ ਆਓ ਵੀ ਮੈਂ ਤੁਹਾਨੂੰ ਉਸ ਆਦਮੀ ਕੋਲ ਲੈ ਚੱਲਾਂ ਜਿਹਨੂੰ ਤੁਸੀਂ ਭਾਲਦੇ ਹੋ। ਸੋ ਉਹ ਉਹਨਾਂ ਨੂੰ ਸਾਮਰੀਆ ਨੂੰ ਲੈ ਗਿਆ ਅਤੇ ਇਹ ਹੋਇਆ ਜਦ ਉਹ ਸਾਮਰੀਆ ਵਿੱਚ ਵੜੇ ਤਾਂ ਅਲੀਸ਼ਾ ਨੇ ਆਖਿਆ, ਇਹ ਯਹੋਵਾ, ਇਹਨਾਂ ਲੋਕਾਂ ਦੀਆਂ ਅੱਖੀਆਂ ਖੋਲ ਦੇ ਵੀ ਉਹ ਵੇਖਣ। ਤਾਂ ਯਹੋਵਾ ਨੇ ਉਹਨਾਂ ਦੀਆਂ ਅੱਖੀਆਂ ਖੋਲ ਦਿੱਤੀਆਂ ਅਤੇ ਉਹਨਾਂ ਨੇ ਨਿਗਾਹ ਕੀਤੀ, ਵੇਖਿਆ ਵੀ ਉਹ ਸਾਮਰੀਆ ਦੇ ਵਿੱਚ, ਜਾਣੀ ਕਿ ਉਸ ਏਰੀਏ ਚੋਂ ਕੱਢ ਕੇ ਉਹ ਦੂਸਰੇ ਏਰੀਏ ਵਿੱਚ ਲੈ ਗਏ ਜਿੱਥੇ ਉਹ ਫੰਡ ਗਏ ਸੀ। ਉਹਨੂੰ ਕਿਹਾ, ਹੁਣ ਤੁਸੀਂ ਅੰਨੇ ਹੋ ਗਏ, ਆਓ ਤੁਹਾਨੂੰ ਉਸ ਬੰਦੇ ਕੋਲ ਲੈ ਕੇ ਜਿਹੜੇ ਤੁਸੀਂ ਲੈਣ ਆਏ ਆ, ਦੂਜੇ ਏਰੀਏ ਦੇ ਵਿੱਚ ਲੈ ਗਏ। So we see that they were taken away to another place. ਦੇਖਿਆ, ਜਦੋਂ ਇਸਰਾਇਲ ਦੇ ਬਾਦਸ਼ਾਹ ਨੇ ਉਹਨਾਂ ਨੂੰ ਵੇਖਿਆ ਤਾਂ ਅਲੀਸ਼ਾ ਨੂੰ ਆਖਿਆ, ਕਿ ਮੇਰੇ ਪਿਤਾ, ਕੀ ਮੈਂ ਉਹਨਾਂ ਨੂੰ ਮਾਰਾਂ? ਜਿਹੜਾ ਉਹ ਇਸਰਾਇਲ ਦਾ ਬਾਦਸ਼ਾਹ ਆ, ਉਹ ਅਲੀਸ਼ਾ ਨੂੰ ਕੀ ਕਹਿੰਦਾ? ਕਹਿੰਦਾ ਮੈਂ ਉਹਨਾਂ ਨੂੰ ਮਾਰਾਂ। ਉਹ ਵੀ ਉਹ ਦਲੇਰ ਹੋ ਗਿਆ। And so, the king asked, shall I kill them? ਅੱਗੋਂ ਬੋਲਿਆ ਉਹਨਾਂ ਨੂੰ। Once, verse 21, 22 ਵਿੱਚ ਲਿਖਿਆ, ਅੱਗੇ ਉਹ ਬੋਲਿਆ, ਉਹਨਾਂ ਨੂੰ ਨਾ ਮਾਰੀ ਜਿਨ੍ਹਾਂ ਨੂੰ ਤੂੰ ਆਪਣੇ ਤਲਵਾਰ ਦੇ ਟੋਕਰਾ ਬੰਦੂਏ ਬਣਾਇਆ ਸੀ, ਆਪਣੇ ਅਧੀਨ ਕੀਤਾ ਸੀ। ਇਹਨਾਂ ਨੂੰ ਮਾਰੀ ਨਾ, ਤੇਰੇ ਅਧੀਨ ਕੀਤੇ ਹੋਏ ਆ। ਕੀ ਤੂੰ ਉਹਨਾਂ ਨੂੰ ਮਾਰ ਸੁੱਟੇਗਾ? ਉਹਨਾਂ ਦੇ ਅੱਗੇ ਰੋਟੀ ਤੇ ਪਾਣੀ ਰੱਖ ਪਏ, ਉਹ ਖਾਣ ਪੀਣ ਅਤੇ ਆਪਣੇ ਸਵਾਮੀ ਕੋਲ ਜਾਣ, ਉਹਨਾਂ ਨੂੰ ਖਾਣੇ ਪਾਣੀ ਪਿਲਾ ਤੇ ਉਹ ਵਾਪਸ ਮੁੜ ਜਾਣ। So when they said, shall I kill them, my father? Shall I kill them? Do not kill them, he answered. Would you kill those you have captured with your own sword or bow? Set food and water before them, so that they may eat and drink, and then go back to their master. ਦੇਖੋ, ਆਏ ਸੀ ਕਿੱਦਾਂ, ਲੇਕਿਨ ਗਏ ਵੀ, ਉਹਨਾਂ ਦਾ ਸਵਾਗਤ ਵੀ ਕੀਤਾ ਗਿਆ, ਭੁੱਖੇ ਸੀਗੇ, ਖਾਣਾ ਪੀਣਾ ਵੀ ਦਿੱਤਾ ਗਿਆ। ਇੱਥੇ ਲਿਖਿਆ ਨਾ ਬਾਈਬਲ ਦੇ ਵਿੱਚ। And so we see that the enemies were even taken care of. They were given food to eat. ਲਿਖਿਆ, ਉਪਰੰਤ ਉਸਨੇ ਉਹਨਾਂ ਲਈ ਵੱਡਾ ਭੋਜਨ ਤਿਆਰ ਕੀਤਾ।
ਅਤੇ ਜਦ ਉਹ ਖਾ ਪੀ ਚੁੱਕੇ ਤਾਂ ਉਸ ਨੇ ਉਹਨਾਂ ਨੂੰ ਜਾਣ ਦਿੱਤਾ ਅਤੇ ਉਹ ਆਪਣੇ ਸਵਾਮੀ ਕੋਲ ਚਲੇ ਗਏ ਅਤੇ ਆਰਾਮ ਦੇ ਜੱਥੇ ਫਿਰ ਕਦੇ ਇਜ਼ਰਾਈਲ ਦੇ ਦੇਸ਼ ਵਿੱਚ ਨਾ ਆਏ। So we see in verse 23, so he prepared a great feast for them, and after they had finished eating and drinking, he sent them away, and they returned to their master. So the bands from Aram stopped raiding Israel's territory. ਨਾ ਦਿਲ ਕੋ Say to your neighbor, ਦੁਸ਼ਮਣ ਨੂੰ ਮਾਫ ਕਰੋ। forgive your enemies. ਇੱਕ ਹੁੰਦਾ ਦੁਸ਼ਮਣ, ਇੱਕ ਹੁੰਦਾ ਜਾਨੀ ਦੁਸ਼ਮਣ। दो तरह की वैरायटी होती है। एक दुश्मन होता है ना, एक जानी दुश्मन होता है। जानी दुश्मन जो दिल से दुश्मन हो। एक दुश्मन होता है वो ऊपर ही तैरता है, जो जानी दुश्मन है वो दिल में तैरता है। दो कैटेगरी है। So we see there are two kinds of enemies: those who are just superficially enemies, and those who really get into our hearts. ਹੁਣ ਆਪਾਂ ਕਿਹੜੇ ਦੁਸ਼ਮਣ ਨੂੰ ਮਾਰਨਾ? ਜਾਨੀ ਦੁਸ਼ਮਣ ਨੂੰ ਕਿ ਇੱਕ ਦੁਸ਼ਮਣ ਨੂੰ? So who do we forgive? ਦੱਸੋ, ਤੁਸੀਂ ਤਾਂ ਸੋਚੇ ਪਏ ਗਏ ਵੈਸੇ ਕਿਹਨੂੰ ਮਾਰ ਗਈ? ਇੰਨਾ ਸੋਚਣਾ ਨਹੀਂ, ਆਪਾਂ ਟਾਈਮ ਵੀ ਖਰਾਬ ਕਰਦਾ, ਆਪਾਂ ਘਰਾਂ ਨੂੰ ਵੀ ਜਾਣਾ ਹੈ। हाँ, जो सोच रहे हैं भी दो दुश्मन पास ने बनाए हैं, मैं किसको माफ करूं, किस पर अटैक करूं? जानी दुश्मन को और एक दुश्मन को। ने ये ना बहुत बढ़िया गल की, दोनों नु ये फिर दोनों ने ज्यादा मेहनत करनी पैनी तुहानू। पता क्यों? दोनों तुसी माफ करोगे, पहले दुआ करोगे एक दुश्मन वास्ते करोगे और दुश्मन मेरा माफ कर दे, उस तो फिर तुसी दुआ करोगे जानी दुश्मन वास्ते स्पेशल। So we need to forget all our enemies, those who are superficial, those who just do some things, and those who really get into our heart and really trouble us. We have to forgive even those enemies. हालेलुया। सारे माफ की प्रार्थना करेंगे। हालेलुया। We need to forgive all our enemies. सारे नु मिलिया उसने कोई पाप नहीं किया सी, जिहड़ा यीशु दा स्वभाव सी वो साडा भी स्वभाव होवे, जो जे आज्ञाकारी बनया ਉਹ ਜੇ ਅਸੀਂ ਆਗਿਆਕਾਰੀ ਬਣਨਾ ਚਾਹੀਦਾ। ਹਾਲੇਲੂਇਆ। Jesus forgave everyone, He forgave everyone on the cross. And He teaches us that He obeyed the Father and He did that. And we need to obey and also forgive those who hurt us. ਹਾਲੇਲੂਇਆ। ਸੋ ਹੁਣ ਆਪਾਂ ਦੇਖ ਲਿਆ ਕਿ ਪਰਮੇਸ਼ਵਰ ਨੇ ਆਰਾਮ ਦੀ ਫੌਜਾਂ ਨੂੰ ਕਿੱਦਾਂ ਅਨਿਆ ਕੀਤਾ। ਹਾਲੇਲੂਇਆ। ਇਹ ਦੂਸਰਾ ਵਰਗ। So we saw how the Lord had blinded the army of Adam. ਸੋ ਆਓ ਆਪਾਂ ਤੀਸਰੇ ਪੁਆਇੰਟ ਦੇਖਦੇ ਹਾਂ। Let's look at the third point. Jesus raised Lazarus from dead. ਪ੍ਰਭੂ ਯਿਸੂ ਨੇ ਲਾਜ਼ਰ ਨੂੰ ਕੀ ਕੀਤਾ? ਜ਼ਿੰਦਾ ਕੀਤਾ। ਇਹ ਇੱਕ ਤੀਸਰਾ ਮiracle ਹੈ। And this is the third miracle that we're going to see, that Jesus raised Lazarus from the dead. ਹੋਪਫੁਲੀ ਜੇ ਪਰਮੇਸ਼ਵਰ ਨੇ ਚਾਹਿਆ ਹੋ ਸਕਦਾ ਇਹਦੇ ਪਾਰਟ ਬਣਨ, ਪਾर्ट 1, पार्ट 2, पार्ट 3। ये परमेश्वर ने चाहा, ये परमेश्वर ने चाहा कि ये स्टडी सिर्फ नकलते होवे, क्योंकि वही जानता, वही करने वाला, सानू कुछ नहीं पता। And we can continue on if the Lord wants that we can continue with the miracles that He does. अब आप तीसरा मिरेकल देखते हैं, जन चैप्टर 11 वर्सेस 34 to 44। यूहन्ना 11वां चैप्टर 34 से लेके 44 तक। Where have you laid him? He asked. Come and see, Lord, they replied. Jesus wept. Then the Jews said, see how he loved him. But some of them said, could not he who opened the eyes of the blind man have kept this man from dying? Jesus, once more deeply moved, came to the tomb. It was a cave with a stone laid across the entrance. Take away the stone, he said. But Lord, said Martha, the sister of the dead man, by this time there is a bad odor, for he has been there for 4 days. Then Jesus said, did I not tell you that if you believe, you will see the glory of God? So they took away the stone. Then Jesus looked up and said, Father, I thank you that you have heard me. I knew that you always hear me,
But I said this for the benefit of the people standing here, that they may believe that you have sent me. When he said this, Jesus called in a loud voice, Lazarus, come out. The dead man came out, his hands and feet wrapped with strips of linen and a cloth around his face. Jesus said to them, take off the grave clothes and let him go. ਹਾਲੇਲੂਇਆ। ਆਪਾਂ ਚੌਥੀ ਵੀ ਲਾਈਨ ਵਿੱਚ ਲਿਖਿਆ ਕਿ ਜਦੋਂ ਪਰਮੇਸ਼ਰ ਪ੍ਰਭੂ ਯਿਸੂ ਜੀ ਉੱਥੇ ਜਾਂਦੇ ਆ ਜਿੱਥੇ ਲਾਜ਼ਰ ਨੂੰ ਦਫਨਾਇਆ ਗਿਆ ਸੀ, ਲਿਖਿਆ ਆ ਔਰ ਆਖਿਆ ਤੁਸੀਂ ਉਹਨੂੰ ਕਿੱਥੇ ਰੱਖਿਆ ਹੈ? ਉਹਨਾਂ ਉਸ ਨੂੰ ਆਖਿਆ ਪ੍ਰਭੂ ਜੀ ਆ ਵੇਖ। ਯਿਸੂ ਰੋਇਆ। ਅੱਜ ਸਵੇਰੇ ਵੀ ਪਾਸਟਰ ਲੋਕਾਂ ਨੂੰ ਵੀ ਦੱਸ ਰਿਹਾ ਸੀ ਯਿਸੂ ਰੋਇਆ। ਇਹ ਬਾਈਬਲ ਦਾ ਸਭ ਤੋਂ ਛੋਟਾ ਵਰਸ ਹੈ। And also this morning, Pastor Norman was also mentioning this. John 11:35 is the shortest verse in the Bible which says, Jesus wept. ਲਿਖਿਆ ਇਸ ਤੇ ਯਹੂਦੀ ਬੋਲੇ, ਵੇਖੋ ਇਹ ਉਸ ਨਾਲ ਕਿਹੜਾ ਹਿੱਤ ਕਰਦਾ ਸੀ, ਪਰ ਕਈ ਉਹਨਾਂ ਵਿੱਚੋਂ ਬੋਲੇ ਕਿ ਇਹ ਜਿਹਨੇ ਅੰਨੇ ਦੀਆਂ ਅੱਖਾਂ ਖੋਲੀਆਂ ਇੰਨਾ ਵੀ ਨਾ ਕਰ ਸਕਿਆ ਜੋ ਮਨੁੱਖ ਨੂੰ ਨਾ ਮਾਰਦਾ। ਇਹ ਮਨੁੱਖ ਨਾ ਮਾਰਦਾ। ਤਾਂ ਯਿਸੂ ਆਪਣੇ ਜੀਵ ਵਿੱਚ ਫਿਰ ਕਲਪਦਾ ਹੋਇਆ ਕਬਰ ਉੱਤੇ ਆਇਆ। ਉਹ ਇੱਕ ਗੁਫਾ ਸੀ ਅਤੇ ਉਸ ਉੱਤੇ ਇੱਕ ਪੱਥਰ ਧਰਿਆ ਹੋਇਆ ਸੀ। ਯਿਸੂ ਨੇ ਆਖਿਆ ਇਸ ਪੱਥਰ ਨੂੰ ਹਟਾ ਦਿਓ। ਉਸ ਮੁਰਦੇ ਦੀ ਭੈਣ ਮਾਰਤਾ ਨੇ ਉਸ ਨੂੰ ਆਖਿਆ, ਉਹਦੀ ਹੁਣ ਭੈਣ ਮਾਰਤਾ ਕੀ ਕਹਿੰਦੀ ਆ, ਪ੍ਰਭੂ ਜੀ ਉਸ ਕੋਲ ਤਾਂ ਹੁਣ ਸੜਿਆਨ ਆਉਂਦੀ ਹੈ ਕਿਉਂਕਿ ਉਹਨੂੰ 4 ਦਿਨ ਹੋਏ ਹਨ। ਯਿਸੂ ਨੇ ਉਹਨੂੰ ਕਿਹਾ ਕਿ ਮੈਂ ਤੈਨੂੰ ਨਹੀਂ ਆਖਿਆ ਕਿ ਜੇ ਤੂੰ ਪ੍ਰਤੀਤ ਕਰੇ ਤਾਂ ਪਰਮੇਸ਼ਵਰ ਦੀ ਵਡਿਆਈ ਵੇਖੇਂਗੀ। ਹਾਲੇਲੂਇਆ। ਜਦੋਂ ਆਪਾਂ ਪ੍ਰਤੀਤ ਕਰਦੇ ਆ, ਜਦੋਂ ਆਪਾਂ ਵਿਸ਼ਵਾਸ ਕਰਦੇ ਆ, ਉਦੋਂ ਸਾਡੀ ਗਵਾਹੀ ਤਿਆਰ ਹੁੰਦੀ ਹੈ। ਹਾਲੇਲੂਇਆ। When we believe, when we have the faith, then our testimony is ready. ਯਿਸੂ ਨੇ ਉਹਨੂੰ ਕਿਹਾ ਕਿ ਮੈਂ ਤੈਨੂੰ ਨਹੀਂ ਆਖਿਆ ਕਿ ਜੇ ਤੂੰ ਲਿਖਿਆ ਆ, ਉਹਨੇ ਪਰਮੇਸ਼ਵਰ ਥੋਪ ਦਿੱਤਾ, ਕਰ ਪ੍ਰਤੀਤ ਕਰਦੇ ਨਹੀਂ ਕਰਦੀ। ਏਦਾਂ ਕਿਹਾ ਪ੍ਰਭੂ ਯਿਸੂ ਨੇ। How did Jesus answer them when Martha said, by this time, Lord, it's already, the body will be smelling because it's 3 or 4 days. So how did Jesus reply? और प्रभु यीशु ने नहीं किया। He did not rebuke her. He did not scold her. परमेश्वर ने प्यार दे नाल किया। But he spoke to her with all of love. यीशु ने वो कहा कि मैं तेनू नहीं आख्या पे जे ਇਹਦੇ ਤੇ ਡਿਪੈਂਡ ਆ, ਮੇਰੇ ਤੇ ਡਿਪੈਂਡ ਨਹੀਂ। ਹਾਲੇਲੂਇਆ। ਇਹ ਤੁਹਾਡੇ ਤੇ ਡਿਪੈਂਡ ਆ। ਤੁਸੀਂ ਕੋਈ ਪ੍ਰਾਰਥਨਾ ਕਿਸੇ ਰੱਬ ਦੇ ਦਰ ਤੋਂ ਕਰੋਗੇ, ਤੁਹਾਡੇ ਤੇ ਡਿਪੈਂਡ ਕਰਦਾ ਆ ਕਿ ਤੁਸੀਂ ਵਿਸ਼ਵਾਸ ਕਰਦੇ ਆ ਕਿ ਨਹੀਂ ਕਰਦੇ। And Jesus with love, he answered that, did I not tell you that if you believe, you will see the glory of God? ਲੇਕਿਨ ਜੇ ਤੂੰ ਪ੍ਰਤੀਤ ਕਰੇ ਤਾਂ ਪਰਮੇਸ਼ਵਰ ਦੀ ਵਡਿਆਈ ਵੇਖੇਂਗੇ। ਜਦੋਂ ਆਪਾਂ ਪਰਮੇਸ਼ਵਰ ਵਿਸ਼ਵਾਸ ਕਰਦੇ ਆ, ਆਪਾਂ ਪੜ ਕੇ ਕੀ ਕਰਦੇ ਆ, ਪਰਮੇਸ਼ਵਰ ਦੀ ਵਡਿਆਈ ਕਰਦੇ ਆ। ਹਾਲੇਲੂਇਆ। When we come to the pulpit and share testimonies, we bring glory to the Lord. ਨਾਲ ਦਿਲ ਕੋ ਪਰਮੇਸ਼ਵਰ ਦੀ ਵਡਿਆਈ ਉਦੋਂ ਬਣਨੀ ਆ ਜਦੋਂ ਅਸੀਂ ਦਿਲੋਂ ਵਿਸ਼ਵਾਸ ਕਰਾਂਗੇ ਪਰਮੇਸ਼ਵਰ ਤੇ। ਹਾਲੇਲੂਇਆ। Say to your neighbor, we will glorify the Lord when we believe with all our hearts. ਹਾਲੇਲੂਇਆ। ਪ੍ਰੇਜ਼ ਦ ਲਾਰਡ। ਸੋ ਉਹਨਾਂ ਉਸ ਪੱਥਰ ਨੂੰ ਹਟਾ ਦਿੱਤਾ ਅਤੇ ਯਿਸੂ ਨੇ ਅੱਖਾਂ ਉਤਾਰ ਕਰਕੇ ਆਖਿਆ, हे ਪਿਤਾ, ਮੈਂ ਤੇਰਾ ਸ਼ੁਕਰ ਕਰਦਾ ਹਾਂ ਜੋ ਤੈਂ ਮੇਰੀ ਸੁਣੀ। ਪਰਮੇਸ਼ਵਰ ਨੇ ਪ੍ਰਭੂ ਯਿਸੂ ਨੇ ਆਪਣੇ ਪਿਤਾ ਦਾ ਪਹਿਲਾਂ ਕੀ ਕੀਤਾ? ਧੰਨਵਾਦ ਕੀਤਾ। So we see that when Jesus prayed, he first thanked the Lord, his Father. ਔਰ ਤੁਸੀਂ ਜਦੋਂ ਪਰਮੇਸ਼ਵਰ ਤੋਂ ਲੈਣੇ ਆ, ਪਹਿਲਾਂ ਧੰਨਵਾਦ ਕਰਦੇ ਆ, ਬਾਅਦ ਧੰਨਵਾਦ ਕਰਦੇ ਆ। ਇਹ ਤੁਹਾਡੇ ਤੇ ਡਿਪੈਂਡ ਆ, ਤੁਸੀਂ ਕਿਹਦਾ ਧੰਨਵਾਦ ਕਰਦੇ ਹੋ। And how when you pray, how do you thank the Lord? After you receive something, or even by faith, do you say thank you, Lord? ਲੋਕ ਸੋਚਦੇ ਸੀ 3 ਦਿਨਾਂ ਦਾ ਮੁਰਦਾ ਜਿਹਦਾ ਕਰ ਸਕਦੇ ਸੀ, ਕਹਿੰਦਾ ਦੁਸ਼ਟ ਆਤਮਾ ਦੇ ਨਾਲ ਲੋਕ ਉਹ ਜਾਦੂ ਟੂਣਾ ਕਰ ਸਕਦੇ ਸੀ, ਲੇਕਿਨ 4 ਦਿਨਾਂ ਦਾ ਮੁਰਦਾ ਨਹੀਂ ਜਿਹਦਾ ਕਰ ਸਕਦੇ ਸੀ। ਇਸ ਸਮੇਂ ਬੇਰਵਾ ਵਾਲੇ ਦੱਸਿਆ 4 ਦਿਨ ਉਹਨੂੰ ਹੋ ਚੁੱਕੇ ਸੀ, ਬਾਕੀ 4 ਦਿਨ ਹੋ ਚੁੱਕੇ ਸੀ। ਜੇ 3 ਦਿਨ ਕਰਦਾ ਉਹਨਾਂ ਨੇ ਕਹਿਣਾ ਸੀ ਲੈ ਵੀ ਇਹ ਤਾਂ ਹੁੰਦਾ ਕੀਤਾ ਹੈ। ਲੇਕਿਨ ਪਰਮੇਸ਼ਵਰ ਵੀ ਸਾਡਾ ਪਰਮੇਸ਼ਵਰ ਕੀ ਆ? ओरिजिनल परमेश्वर है, वो काम भी ओरिजिनल करता है। हालेलुया।
those days, by witchcraft and by magic, by all this black magic that they would do, they would be able to raise a person who is dead for 3 days. But here we see that Jesus raised a person who was dead for 4 days. And so whatever the Lord does, He knows what He's doing, and He does it at the right time. And He is, He did not do it on the 3rd day so that people would just tell that, oh, it's just by magic, just like others that He did. So He did not do it on the 3rd day. ਹਾਲੇਲੂਇਆ। ਲਿਖਿਆ ਅਤੇ ਮੈਂ ਜਾਣਿਆ ਜੋ ਤੂੰ ਮੇਰੀ ਸਦਾ ਸੁਣਦਾ ਹੈ। ਪਰ ਇਹਨਾਂ ਲੋਕਾਂ ਦੇ ਕਾਰਨ ਜਿਹੜੇ ਆਲੇ ਦੁਆਲੇ ਖੜੇ ਹਨ, ਮੈਂ ਇਹ ਆਖਿਆ ਤਾਂ ਉਹ ਪ੍ਰਤੀਤ ਕਰਨ ਜੋ ਤੈਂ ਮੈਨੂੰ ਘੱਲਿਆ। ਇਹ ਕਹਿ ਕੇ ਉੱਚੀ ਆਵਾਜ਼ ਮਾਰੀ ਕਿ ਲਾਜ਼ਰ ਬਾਹਰ ਆ। ਉਹ ਜਿਹੜਾ ਮੋਇਆ ਹੋਇਆ ਸੀ ਕਫਨ ਨਾਲ ਹੱਥ ਪੈਰ ਬੱਧੇ ਹੋਏ ਬਾਹਰ ਨਿਕਲਿਆ ਆਇਆ। ਦੇਖੋ ਕਿੱਡਾ ਬਹੁਤ ਇੱਕ ਬੰਨਿਆ ਸੀਗਾ, ਕਿਸੇ ਨੂੰ ਕਬਰ ਕੀਤਾ ਸੀਗਾ। ਉਹ ਜਦੋਂ ਉੱਠ ਕੇ ਆਇਆ ਹੋਊਗਾ, ਲੋਕ ਵੀ ਦੇਖਦੇ ਹੋਣਗੇ ਵੀ ਦੇਖੋ ਇਹ ਹੱਥ ਪੈਰ ਬੰਨੇ ਹੋਏ ਖੜਾ ਹੋ ਕੇ ਤੁਰਿਆ ਹੀ ਆ ਰਿਹਾ। ਕਿੱਡੀ ਵੱਡੀ ਇਹ ਵੱਡਾ ਬਰਕਤ ਸੀ ਕਿ 4 ਦਿਨਾਂ ਦੇ ਬੰਦੇ ਨੂੰ ਜੀਦਾ ਕੀਤਾ ਪਰਮੇਸ਼ਵਰ ਨੇ। And we see this is such a big miracle. Can you imagine that scene when Lazarus just came out, and he was walking, he is tight, his feet and hands are wrapped with strips of linen, so it's kind of tight, he's tied around, yet he was coming. So this was a very big miracle, a man dead for 4 days being raised to life. ਲਿਖਿਆ ਯਿਸੂ ਨੇ ਉਹਨੂੰ ਆਖਿਆ ਉਹਨੂੰ ਖੋਲੋ ਅਤੇ ਜਾਣ ਦਿਓ। ਦੇਖੋ ਇੱਕ ਮਰਿਆ ਬੰਦਾ ਆ, ਉਹ ਕਿੰਨਾ ਹੁੰਦਾ ਹੈ, ਉਹ ਜਦੋਂ ਇੱਕਦਮ ਬੰਦਾ ਕਵੇ ਉੱਠ ਚੱਲ ਵੀ ਉੱਠ ਚੱਲ, ਸਾਰੇ ਲੋਕ ਦੇਖਣ ਵਾਲੇ ਵੀ ਹੈਰਾਨ ਹੋ ਜਾਣਗੇ ਵੀ ਇਹ ਕੀ ਗੱਲ ਹੋ ਗਈ। ਵੀ ਇੱਕ ਇਹ ਤਾਂ ਹੁਣ ਆਪਾਂ ਅੰਤਿਮ ਸੰਸਕਾਰ ਕਰਨ ਵਾਲੇ ਆ, ਇਹ ਇੱਕਦਮ ਪਰਮੇਸ਼ਵਰ ਕਹਿੰਦਾ ਉੱਠ, ਉਹ ਇੱਕਦਮ ਉੱਠਿਆ। ਉਹ ਜਿਹੜਾ ਕੋ ਗਿਆ ਉਹਨਾਂ ਨੇ ਇਹਦੇ ਖੋਹ ਦੋ ਹੱਥ ਪੈਰ ਕੀ ਕਰੋ, ਹੁਣ ਬਾਤ ਕਰੋ ਬੰਨਿਆ ਹੋਇਆ ਆ, ਬੰਨਿਆ ਉਹ ਇੱਦਾਂ ਉੱਠਿਆ, ਉਹ ਇੱਦਾਂ ਇੱਦਾਂ ਦੇ ਤੁਰੇ ਜਦੋਂ ਮੈਸੇਜ ਇੱਦਾਂ ਹੋਊਗਾ। ਲੇਕਿਨ ਲੋਕਾਂ ਨੇ ਜਦੋਂ ਖੋਲ੍ਹਿਆ ਹੋਊਗਾ ਉਹ ਚੁੱਪ ਕਰਕੇ ਤੁਰ ਪਿਆ ਹੋਊਗਾ। ਲੋਕ ਵੀ ਦੇਖਦੇ ਹੋਣਗੇ। ਦੇਖੋ ਕਿੰਨਾ ਵੱਡਾ ਚਮਤਕਾਰ। ਹਾਲੇਲੂਇਆ। ਸਾਡਾ ਪਰਮੇਸ਼ਵਰ ਮਰਿਆਂ ਦੇ ਵਿੱਚ, ਉਹ ਮਰਿਆਂ ਦੇ ਵਿੱਚ ਜਾਨ ਪਾਉਣ ਵਾਲਾ ਪਰਮੇਸ਼ਵਰ। ਹਾਲੇਲੂਇਆ। What a great miracle. Can you imagine how Lazarus would have just walked with all these strips of linen tied around him tight. And then Jesus said, take off the grave clothes and let him go. Our God is a God who is able to give life to the dead. ਸੋ ਮੇਰੇ ਭੈਣੋ ਤੇ ਭਰਾਵੋ, My brothers and sisters, ਨਾ ਡਰੋ, don't be afraid. ਨਾ ਚਿੰਤਾ ਕਰੋ। Don't be worried. ਪਰੇਸ਼ਾਨੀ, ਦੁੱਖ ਇਹ ਸਾਡਾ ਹਿੱਸਾ ਆ। Problems and difficulties will be a part of our life. ਇਹ ਸਾਡੀ ਗਵਾਹੀ ਬਣ ਸਕੇ। But these will turn into testimonies. ਆਪਾਂ ਪਰਮੇਸ਼ਵਰ ਤੋਂ ਭੱਜਣਾ ਨਹੀਂ, ਦੂਰ ਨਹੀਂ ਭੱਜਣਾ। We should not run away from God. ਕਹਿੰਦੇ ਆ ਕਿ ਪਰਮੇਸ਼ਵਰ ਅੜੇ ਖੜੇ ਹੋ ਕੇ ਸ਼ੈਤਾਨ ਦਾ ਸਾਹਮਣਾ ਕਰਨਾ ਹੈ। The Lord said, stand firm and resist the enemy. ਉਸ ਨੂੰ ਭਜਾਉਣਾ ਆ, And he will flee from you. ਆਪ ਨਹੀਂ ਭੱਜਣਾ, You should not run away. ਉਹਨੂੰ ਭਜਾਉਣਾ ਹੈ Satan should run away. ਜੋ ਸਾਨੂੰ ਭਜਾਉਣ ਦੀ ਸਕੀਮਾਂ ਲਾ ਰਿਹਾ ਆ। And he is the one who makes things to, like a trap he wants us to get into it. ਇਸ ਕਰਕੇ ਕੀ ਕਰਨਾ ਹੈ? ਉਹਦਾ ਸਾਹਮਣਾ ਕਰਨਾ। So we need to stand firm and resist him. ਜੋ ਵੀ ਤੁਹਾਡੀ ਕਮਜ਼ੋਰੀ ਆ ਪਰਮੇਸ਼ਵਰ ਨੂੰ ਰੱਖ ਕੇ ਕਹੋ ਵੀ ਤੁਹਾਡਾ ਕਾਰੋਬਾਰ ਨਹੀਂ ਸੇਵਾ, ਪਰਮੇਸ਼ਵਰ ਮੇਰਾ ਕਾਰੋਬਾਰ ਚੰਗਾ ਆ, ਤੇਰਾ ਦਿੱਤਾ ਹੋਇਆ ਚੰਗਾ ਆ, ਮੈਂ ਆਪਣੇ ਕਾਰੋਬਾਰ ਨੂੰ ਕਿਉਂ ਮਾੜਾ ਕਰਨਾ। So whatever your problem is, weaknesses are, bring it to the Lord and give it to the Lord. In case your business is not doing well, bring it to the Lord and say, Lord, this is your business. Bless you, Lord. ਦੇਖੋ ਜੇ ਇੱਕ ਬੰਦੇ ਦੀ ਮਦਦ ਕਰਦਾ ਨਾ, ਮੋੜਨਾ ਬੰਦਾ ਕਵੇ ਯਾਰ ਉਹਨੂੰ ਮਦਦ ਕੀਤੀ ਸੀ ਪਰ ਰੋਟੀ ਪਾਣੀ ਚੱਲੀ ਜਾਂਦਾ ਠੀਕ ਹੀ ਆ। ਉਹ ਮੋੜਨਾ ਬੰਦਾ ਜਿਹੜਾ ਮਦਦ ਕੀਤੀ ਉਹਦੇ ਦਿਲ ਦੇ ਵਿੱਚ ਕੀ ਹੋਊਗਾ, ਕਹਿੰਦਾ ਯਾਰ ਮੈਂ ਇਹਦੀ ਇੰਨੀ ਮਦਦ ਕੀਤੀ, ਇਹਨੇ ਮੋੜੋਂ ਏਦਾਂ ਗੱਲ ਕੀਤੀ। ਉਹ ਇੰਨਾ ਵੱਡਾ ਪਰਮੇਸ਼ਵਰ ਆ ਜਿਹੜਾ ਸਭ ਕੁਝ ਸਾਨੂੰ ਦੇ ਰਿਹਾ, ਅਸੀਂ ਮੋੜੋਂ ਕਹਿੰਦੇ ਆ ਹਲਕਾ ਫੁਲਕਾ ਆ, ਟਾਈਮ ਪਾਸ ਕਰੀ ਜਾਂਦੇ ਆ। ਉਹ ਪਰਮੇਸ਼ਵਰ ਦੇ ਵਿੱਚ ਕੀ ਹੁੰਦਾ ਹੋਵੇਗਾ, ਜਿਹੜਾ ਪਰਮੇਸ਼ਵਰ ਸਾਨੂੰ ਤੰਦਰੁਸਤੀ ਦਿੰਦਾ, ਸੋਹਣੇ ਕੱਪੜੇ ਦਿੰਦਾ, ਪੈਨ ਨੂੰ ਦਿੰਦਾ, ਬੁੱਧੀ ਦਿੰਦਾ, ਸਮਝ ਦਿੰਦਾ, ਗਿਆਨ ਦਿੰਦਾ, ਸਭ ਕੁਝ ਦਿੰਦਾ, ਫਿਰ ਵੀ ਅਸੀਂ ਕਹਿੰਦੇ ਆ ਸਾਡਾ ਟਾਈਮ ਪਾਸ ਆ, ਸਾਨੂੰ ਤਾਂ ਉਹ ਦਿੱਤਾ ਹੀ ਨਹੀਂ।
ना शुक्रे नहीं, शुक्रगुजार बनो। हालेलुया। Be people filled with gratitude. Have a thankful heart that the Lord has blessed you. You know, we are going through difficulties. Of course, maybe your business is not doing well. Just imagine if somebody has blessed you because your business is not doing well. Someone has blessed you with something, and then, you know, when others ask you how are you doing, and you say that, you know, I'm just pulling on. The one who helped you will really be disappointed and discouraged that I have helped this person, but he still talks, you know, in a way that nothing has happened, no help has come to him. So can you imagine what God goes through when He blesses us with life and He gives us everything that we need? And we talk about life like, oh, just pulling on, just day by day, life is like this. You know, we have no gratitude. How would God feel for all that He has given us? The blessings He has given us, food to eat, clothes to wear, houses to live in, and life that He has given us. How would the Lord feel when we are not grateful and thankful to Him? ਆਪਾਂ ਕੀ ਕਰਦੇ ਆ? ਆਪਣੇ ਸਰਾਪ ਆਪਣੇ ਆਪ ਤੇ ਆਪ ਪ੍ਰਗਟ ਕਰਦੇ ਆ ਕਿ ਜਦੋਂ ਆਪਾਂ ਉਸ ਚੀਜ਼ ਨੂੰ ਕਹਿੰਦੇ ਆ ਇਹ ਮਾੜੀ ਆ, ਇੰਨੇ ਸਾਲ ਹੋ ਗਏ ਕੁਝ ਨਹੀਂ ਹੋਇਆ, ਗਾਮ ਨਹੀਂ ਕੁਝ ਹੋਇਆ। ਕਿਉਂ? ਤੁਸੀਂ ਆਪਣਾ ਸਰਾਪ ਆਪਣੇ ਤੇ ਲੈ ਰਹੇ ਆ। ਹੈ ਕਿ Because with your mouth you are speaking curses on yourself. When you say, "Oh, nothing is changing, nothing is happening," you bring curse on yourself. ਜਦੋਂ ਯਹੋਸ਼ੂਆ ਨੇ ਕਿਹਾ ਪਰਮੇਸ਼ਵਰ ਰੋਕ ਦੇ ਸੂਰਜ ਰੋਜ਼ ਦੇ ਚੰਦਰਮਾ, ਉਸ ਵੇਲੇ ਰੋਕਿਆ। ਉਹਨੇ ਇਹ ਨਹੀਂ ਕਿਹਾ ਪਰਮੇਸ਼ਵਰ ਰੋਕ ਦੇ, ਸ਼ਾਇਦ ਰੋਕੀ ਜਾਵੇ। ਏਦਾਂ ਨਹੀਂ ਉਹਨੇ ਕਿਹਾ, ਉਹਨੇ ਰੋਕ ਦੇ, ਇੱਕਦਮ ਹੀ ਰੋਕਿਆ। Joshua had all the faith to tell sun stand still and moon stand still. You know, he didn't say, "Lord, if possible, if it happens, let it happen. Let the sun stand still. Maybe it will happen." He didn't doubt. ਪਰਮੇਸ਼ਵਰ ਦਾਸ ਕਹਿੰਦੇ ਆ, ਕੀ ਕਹਿੰਦਾ ਪਰਮੇਸ਼ਵਰ ਦਾਸ? ਕਹਿੰਦਾ ਪ੍ਰਭੂ ਆਰਾਮ ਦੀਆਂ ਖੋਜਾਂ ਨੂੰ ਅੰਨੀਆਂ ਕਰ ਦੇ। ਅੰਨੀਆਂ ਕਰਦੇ ਕਿਆ? ਇੱਕਦਮ ਹੀ ਉਹ ਅੰਨੇ ਹੋ ਗਏ। And we see Elisha pray, "Lord, strike them with blindness," and his enemies became blind. और परमेश्वर को यीशु ने किया, पिता मैं तेरा धन्यवाद करता हूँ। और क्या लाजर उठिया और तुर पिया। And Lord Jesus said, "Father, I thank you that you heard me." And then He said, "Lazarus, come out." And Lazarus came out. So conclusion, परमेश्वर इस्राएल के लिए लड़िया। The Lord fought for Israel. परमेश्वर ने आराम दी फौजां को अन्निया कर दिता। God blinded the army of Arameans. प्रभु यीशु ने राजा को जिंदा किया। And Jesus raised Lazarus from the dead. हालेलुया।